वसूलिया जा सकता है। ताकि कारोबार को तेजी देने के लिए पैसा दे जिसका कोई जानते हो कि कोरोना चल रहा है। हाँ जी, विश्व पंजाबी नारी ਸਾਹਿਤਕ मंच ਤੇ ਮੀਡੀਆ ਪ੍ਰਵਾਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਕਵੀ ਦਰਬਾਰ ਲਈ ਮੈਂ ਮੈਡਮ ਕੁਲਵਿੰਦਰ ਕੌਰ ਹੋਰਾਂ ਨੂੰ ਬੇਨਤੀ ਕਰਦਾ ਕਿ ਉਹ ਕਵੀ ਦਰਬਾਰ ਦਾ ਸੰਚਾਲਨ ਕਰਨਗੇ ਤੇ ਅਗਲੀ ਕਾਰਵਾਈ ਸੰਭਾਲਣਗੇ। ਮੈਡਮ ਕੁਲਵਿੰਦਰ ਕੌਰ, ਮਾਈਕ ਔਨ ਕਰ ਲਓ ਮੈਮ। बहुत बहुत शुक्रिया कुलदीप सर। सत श्री अकाल जी। मीडिया प्रवास ते विश्व पंजाबी नारी ਸਾਹਿਤਕ ਮੰਚ ਦਾ ਸਾਂਝਾ ਉਪਰਾਲਾ 15ਵਾਂ ਨਾਰੀ ਕਲਮਾਂ ਦਾ ਕਵੀ ਦਰਬਾਰ ਅੱਜ ਹਾਜ਼ਰ ਹੈ। ਅੱਜ ਦਾ ਕਵੀ ਦਰਬਾਰ ਵਿਸ਼ੇਸ਼ ਹੈ, ਸਾਕਾ ਨੀਲਾ ਤਾਰਾ ਤੇ ਨੂੰ ਸਮਰਪਿਤ ਹੈ। ਸੋ ਉਸੇ ਕਵੀ ਦਰਬਾਰ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਕਿ हर गली हर मोड़ ते दीप बाले ने असी, कैलाश अमरोही जी की रचना है। हर गली हर मोड़ ते ही दीप बाले ने असी, ना सही बहुते मगर किते उजाले ने असी, तारियां तो वध ने ही किस तरह गिनती कर, तारियां तो वध ने यह किस तरह गिनती करा, दर्द अपनी हिक विच रज के संभाले ने असी, नेरिया नूं मेटीए ते लभीए चानण दी छिट, नेरिया नूं मेटीए ते लभीए चानण दी छिट, साल बहुते उमर दे इसे लई गाले ने असी। सो 84 भावें कदों दा बीत चुक्या है, पर एक अमिट छाप छड्ड गया है। हिरदे वलूंदरे पए ने पंजाबियां दे, विशेष तौर ते दुनिया भर दे सिखां दे। इसे नीले तारे नूं याद करते हुए, उसनूं समर्पित करते हुए एक श्रद्धांजलि वजों अज दा कवि दरबार असीं शुरू करन जा रहे हैं। ते नाल ही मैं विश्व पंजाबी नारी ਸਾਹਿਤਕ मंच ਦੀ मंच संचालक भैन निर्मल कौर कोटला जी नूं बेनती करदी हां कि ओह आरंभ दे शब्द कहण ते नाल ही अपनी कोई रचना ਜਿਹੜੀ ਸਾਕਾ ਨੀਲਾ ਤਾਰਾ ਦੇ ਉੱਤੇ ਉਹਨਾਂ ਨੇ ਲਿਖੀ ਹੈ ਉਹ ਵੀ ਸਾਡੇ ਨਾਲ ਸਾਂਝੀ ਕਰਨ। ਭੈਣ ਨਿਰਮਲ ਕੌਰ ਕੋਟਲਾ ਜੀ। ਮਾਈਕ ਬੰਦ ਹੈ ਜੀ ਇਹਨਾਂ ਦਾ ਮਾਈਕ। ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰੇ ਵੱਲੋਂ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਮੀਡੀਆ ਪ੍ਰਵਾਸ ਦੇ ਸੰਚਾਲਕ ਡਾਕਟਰ ਕੁਲਦੀਪ ਜੀ ਦਾ ਕਿ ਉਹ ਲਗਾਤਾਰਤਾ ਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਹਨ ਤੇ ਤਾਂ ਹੀ ਸਾਡੇ ਜਿਹੜੇ ਪ੍ਰੋਗਰਾਮ 15ਵਾਂ ਪ੍ਰੋਗਰਾਮ ਆ ਸਾਡਾ ਨਾਰੀ ਕਲਮਾਂ ਦਾ ਔਰ ਨਿਪਰੇ ਚੜ ਰਿਹਾ ਹੈ ਤੇ ਮਨ ਦੇ ਵਿੱਚ ਇੱਕ ਅਥਾਹ ਦਰਦ ਸੀਗਾ ਜੋ ਅਸੀਂ ਆਪਣੇ ਪਰਸਨਲ ਪਿੰਡਾਂ ਤੇ ਹੰਡਾਇਆ ਜਾਂ ਸਾਡੀ ਕੌਮ ਨੇ ਹੰਡਾਇਆ ਤੇ ਮਨ ਦੇ ਵਿੱਚ ਸੀ ਕਿ ਜਿਹੜਾ ਸਾਡਾ ਇਸ ਵਾਰ ਦਾ ਕਵੀ ਦਰਬਾਰ ਆ ਅਸੀਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ ਤੇ ਮੈਂ ਕੁਝ ਲਾਈਨਾਂ ਲਿਖੀਆਂ ਸੀ ਉਹ ਤੁਹਾਡੇ ਨਾਲ ਸੰਬੋਧਨ ਕਰਦਿਆਂ ਤੇ ਮੈਂ ਪ੍ਰੋਗਰਾਮ ਦਾ ਆਗਾਜ਼ ਕਰਦੀ ਹਾਂ। ਪ੍ਰਣਾਮ ਸ਼ਹੀਦਾਂ ਨੂੰ ਕੌਮ ਦੀ ਖਾਤਰ ਵਹਾ ਗਏ ਜੋ ਖੂਨ ਦਾ ਕਤਰਾ ਕਤਰਾ ਹੈ। ਪ੍ਰਣਾਮ ਸ਼ਹੀਦਾਂ ਨੂੰ ਕੌਮ ਦੀ ਖਾਤਰ ਵਹਾ ਗਏ ਜੋ ਖੂਨ ਦਾ ਕਤਰਾ ਕਤਰਾ ਹੈ। ਗੈਰਾਂ ਦੀ ਪਰਵਾਹ ਨਾ ਸਾਨੂੰ ਐ ਰਹਿਬਰ, ਗੈਰਾਂ ਦੀ ਪਰਵਾਹ ਨਾ ਸਾਨੂੰ ਐ ਰਹਿਬਰ, ਆਪਣਿਆਂ ਤੋਂ ਖਤਰਾ ਹੈ ਸਾਨੂੰ ਆਪਣਿਆਂ ਤੋਂ ਖਤਰਾ ਹੈ। ਮੇਰੀ ਕਵਿਤਾ ਹੈ। ਕਵਿਤਾ ਮਹਿਜ਼ ਟੁੱਟੇ ਦਿਲਾਂ ਦੀ ਦਾਸਤਾਂ ਹੀ ਨਹੀਂ ਹੁੰਦੀ, ਕਵਿਤਾ ਮਹਿਜ਼ ਟੁੱਟੇ ਦਿਲਾਂ ਦੀ ਦਾਸਤਾਂ ਹੀ ਨਹੀਂ ਹੁੰਦੀ, ਨਾ ਹੀ ਕਦੇ ਇਸ਼ਕ ਚ ਪੱਟੀ ਹੋਈ ਹਾਲ ਦੁਹਾਈ ਪਾਉਂਦੀ ਹੈ ਮੇਰੀ ਕਵਿਤਾ।
ਕਵਿਤਾ ਮਹਿਸੂਸ ਦੀ ਹੈ ਕੌਮ ਦੇ ਪਿੰਡੇ ਤੇ ਹੰਡਾਇਆ, ਜੂਨ 84 ਦਾ ਦਰਦ ਤੇ ਨਵੰਬਰ 84 ਦਾ ਕਹਿਰ, ਜਦੋਂ ਤੋਪਾਂ ਦੇ ਗੋਲਿਆਂ ਨਾਲ ਛਲਣੀ ਕਰ ਦਿੱਤਾ ਗਿਆ ਤਖਤ ਅਕਾਲ ਦਾ। ਤੇ ਜੋ ਸ਼ਹੀਦੀ ਪੁਰਬ ਮਨਾਉਣ ਪਹੁੰਚੇ, ਉਹਨਾਂ ਦੀ ਕੋਈ ਮਜ਼ਹਬ, ਨਸਲ, ਜਾਤ ਨਹੀਂ ਸੀ, ਸਾਰੇ ਹੀ ਧਰਮ ਉੱਥੇ, ਤੁਹਾਨੂੰ ਪਤਾ ਹੈ ਕਿ 4 ਦਰਵਾਜ਼ੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ, ਸਭ ਧਰਮਾਂ ਲਈ ਖੁੱਲੇ ਨੇ। ਤੇ ਜੋ ਸ਼ਹੀਦੀ ਪੁਰਬ ਮਨਾਉਣ ਪਹੁੰਚੇ, ਉਹਨਾਂ ਨੂੰ ਸ਼ਹੀਦ ਕਰ ਦੁਹਰਾ ਦਿੱਤਾ ਗਿਆ ਫਿਰ ਮਨੂਵਾਦੀ ਵਰਤਾਰਾ। ਯਾਦ ਹੈ ਉਹ ਪਲ ਜਦ ਬਦੋਸ਼ੀਆਂ ਦੇ ਗਲਾਂ 'ਚ ਟਾਇਰ ਤੇ ਬਾਪ ਦੇ ਸਾਹਮਣੇ ਕੀਤਾ ਗਿਆ ਧੀਆਂ ਨੂੰ ਬੇਪਤ, ਤੇ ਮਾਸੂਮਾਂ ਨੂੰ ਜਿੰਦਾ ਸਾੜਿਆ। ਮੇਰੀ ਕਵਿਤਾ ਹਰ ਪਲ ਕੋਸਦੀ ਹੈ ਉਹਨਾਂ ਬਹਿਰੂਪੀਆਂ ਨੂੰ ਜੋ ਧਰਮ ਦੀ ਆੜ 'ਚ ਕੌਮ ਦਾ ਘਾਣ ਕਰ ਗਏ। ਸ਼ਬਦ ਰੂਪੀ ਗੁਰੂ ਦੀ ਬੇਦਬੀ, ਬਹਿਬਲ ਕਾਂਡ ਤੱਕ ਦਾ ਸਫ਼ਰ, ਪਤਾ ਨਹੀਂ ਹੋਰ ਕਿੰਨੇ ਸੀਸ ਮੰਗਦਾ ਹੈ ਇਹ ਖੂਨੀ ਪੰਜਾ। ਸ਼ਬਦ ਰੂਪੀ ਗੁਰੂ ਦੀ ਬੇਦਬੀ, ਬਹਿਬਲ ਕਾਂਡ ਤੱਕ ਦਾ ਸਫ਼ਰ, ਪਤਾ ਨਹੀਂ ਕਿੰਨੇ ਹੋਰ ਸੀਸ ਮੰਗਦਾ ਹੈ ਇਹ ਖੂਨੀ ਸੌਦਾ। ਕੌਣ ਕਰ ਰਿਹਾ ਹੈ, ਕੌਣ ਕਰਾ ਰਿਹਾ ਹੈ, ਕਿਸੇ ਤੋਂ ਕੁਝ ਵੀ ਗੁੱਝਾ ਨਹੀਂ। ਕਵਿਤਾ ਤਾਂ ਲੈ ਜਾਂਦੀ ਹੈ, ਸੱਚੇ ਇਸ਼ਕ ਕੁਰਬਾਨ ਹੋ ਜਾਣਾ ਚਾਹੁੰਦੀ ਹੈ। ਕਵਿਤਾ ਤਾਂ ਲੈ ਜਾਂਦੀ ਹੈ, ਸੱਚੇ ਇਸ਼ਕ ਕੁਰਬਾਨ ਹੋ ਜਾਣਾ ਚਾਹੁੰਦੀ ਹੈ ਧਰਮ ਲਈ। ਸੱਚੀ ਟੁੱਟੇ ਦਿਲਾਂ ਦੀ ਦਾਸਤਾਂ ਨਹੀਂ ਹੁੰਦੀ ਕਵਿਤਾ, ਸੱਚੀ ਟੁੱਟੇ ਦਿਲਾਂ ਦੀ ਦਾਸਤਾਂ ਨਹੀਂ ਹੁੰਦੀ ਕਵਿਤਾ। ਸੋ ਮੈਂ ਅਗਲੀ ਕਾਰਵਾਈ ਜਿਹੜੀ ਭੈਣ ਜੀ ਕੁਲਵਿੰਦਰ ਜੀ ਨੂੰ ਸੌਂਪਦਿਆਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਰੇ ਪਾਰਟਿਸਪੇਟ ਇੱਥੇ ਹਾਜ਼ਰ ਹੋਏ ਹਨ। ਤੇ ਮੈਂ ਸਰੋਤਿਆਂ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਹਾਂ ਕਿ ਜੋ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ। ਧੰਨਵਾਦ ਜੀ, ਸ਼ੁਕਰੀਆ ਕੁਲਵਿੰਦਰ ਜੀ। ਸ਼ੁਕਰੀਆ ਭੈਣ ਨਿਰਮਲ ਕੌਰ ਕੋਟਲਾ ਜੀ। ਮੈਂ ਇੱਥੇ ਅਸੀਂ ਚੁੱਪਚਾਪ ਹੋ ਗਏ ਹਾਂ ਕਿਉਂਕਿ ਇਹ ਸਾਕਾ ਨੀਲਾ ਤਾਰਾ ਜੇ ਅਸੀਂ ਕਹੀਏ ਤੇ ਇਸ ਕਵਿਤਾ ਦੀ ਅਸੀਂ ਵਾਹ ਵਾਹ ਕਰ ਸਕੀਏ, ਉਹ ਸ਼ਬਦ ਮਿਲ ਨਹੀਂ ਰਹੇ ਹੁਣ, ਕਿਉਂਕਿ ਇੱਥੇ ਵਾਹ ਵਾਹ ਦੀ ਬਜਾਏ ਅਸੀਂ ਸਿਰਫ ਆਪਣੇ ਜਜ਼ਬਾਤ ਇੱਕ ਦੂਜੇ ਨਾਲ ਸਾਂਝੇ ਕਰ ਰਹੇ। ਬਹੁਤ ਬਹੁਤ ਧੰਨਵਾਦ। ਜੀਕਣ ਦਿਲ ਦੇ ਫਿਕਰੇ ਵਿੱਚੋਂ ਬੁੱਝ ਗਿਆ, ਜੀਕਣ ਦਿਲ ਦੇ ਫਿਕਰੇ ਵਿੱਚੋਂ ਬੁੱਝ ਗਿਆ ਇੱਕ ਅੱਖਰ, ਕਿਉਂ ਵਿਸ਼ਵਾਸ ਦੇ ਕਾਗਜ਼ ਉੱਤੇ ਡੁੱਲ ਗਈ ਇੱਕ ਸਿਆਹੀ, ਜਿਵੇਂ ਸਮੇਂ ਦੇ ਹੋਠਾਂ ਵਿੱਚੋਂ ਨਿਕਲ ਗਿਆ ਇੱਕ ਹੋਕਾ, ਆਦਮਜ਼ਾਤ ਦੀਆਂ ਅੱਖਾਂ ਵਿੱਚੋਂ ਜੀਕਣ ਕੋਈ ਅਥਰੂ ਅੜਿਆ। ਨਵਾਂ ਸਾਲ ਅੱਜ ਇੱਕਣ ਅੰਮ੍ਰਿਤਾ ਪ੍ਰੀਤਮ ਨੇ ਭਾਵੇਂ ਉਸ ਸਮੇਂ ਇਹ ਸਾਨੂੰ ਸਾਰਿਆਂ ਨੂੰ ਰਿਹਾ ਕਿ ਉਸਨੇ ਹਾਂ ਦਾ ਨਾਰਾ ਬਹੁਤਾ ਨਹੀਂ ਮਾਰਿਆ, ਪਰ ਉਸਦੀ ਇਹ ਕਵਿਤਾ ਅੱਜ ਦੇ ਸੰਦਰਭ ਦੇ ਵਿੱਚ ਬਹੁਤ ਨਾਲ ਲੱਗਦੀ ਹੋਈ ਮਿਲੀ। ਤੇ ਇਸੇ ਨੂੰ ਗੱਲਬਾਤ ਨੂੰ ਅੱਗੇ ਤੋੜਦੇ ਹੋਏ ਮੈਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਆਪਣੀ ਭੈਣ, ਬਹੁਤ ਹੀ ਸਤਿਕਾਰਯੋਗ ਭੈਣ ਮਨਜੀਤ ਕੌਰ ਅੰਬਾਲਵੀ ਜੀ ਨੂੰ ਸੱਦਾ ਦੇਣ ਜਾ ਰਹੀ ਹਾਂ ਕਿ ਆਓ ਭੈਣ ਜੀ ਤੇ ਆਪਣੀਆਂ ਕੁਝ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰ। ਭੈਣ ਮਨਜੀਤ ਕੌਰ। ਧੰਨਵਾਦ ਕੁਲਵਿੰਦਰ ਜੀ। ਸਾਰੀਆਂ ਭੈਣਾਂ ਨੂੰ ਤੇ ਡਾਕਟਰ ਦੀਪ ਸਿੰਘ ਦੀਪ ਜੀ ਨੂੰ, ਮੀਡੀਆ ਪਰਿਵਾਰ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਜੋ ਮੰਚ ਨਾਲ ਜੁੜਦੇ ਹੋ। ਅੱਜ ਬਹੁਤ ਹੀ ਦਰਦਨਾਕ ਸਾਕੇ ਨੂੰ ਯਾਦ ਕਰਦਿਆਂ ਅਸੀਂ ਇਹ ਪ੍ਰੋਗਰਾਮ ਉਲੀਕ ਰਹੇ ਹਾਂ। ਸ਼ਬਦ ਤਾਂ ਨਹੀਂ ਸਾਡੀ ਕਲਮ ਕੋਲ ਜੋ ਉਸਨੂੰ ਬਿਆਨ ਕੀਤਾ ਜਾ ਸਕੇ, ਫਿਰ ਵੀ ਥੋੜੀ ਜਿਹੀ ਕੋਸ਼ਿਸ਼ ਹੈ ਜੋ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ। ਚੰਦ ਸਤਰਾਂ ਬੋਲ ਕੇ ਇੱਕ ਰਚਨਾ ਬੋਲਦੀ ਹਾਂ ਜੀ। ਸਾਡੇ ਹਿੱਸੇ ਨੇਰੀਆਂ ਝੱਖੜ ਸਦੀਆਂ ਤੋਂ ਨੇ ਆਏ, ਸਾਡੇ ਹਿੱਸੇ ਨੇਰੀਆਂ ਝੱਖੜ ਸਦੀਆਂ ਤੋਂ ਨੇ ਆਏ, ਪਰ ਸਾਡੀ ਹਸਤੀ ਦੇ ਸੂਰਜ ਮੁੱਢੋਂ ਚਮਕਦੇ ਆਏ, ਪਰ ਸਾਡੀ ਹਸਤੀ ਦੇ ਸੂਰਜ ਮੁੱਢੋਂ ਚਮਕਦੇ ਆਏ। ਫੁੱਲ ਹਾਂ ਅਸੀਂ ਉਹ
ਜਿਨ੍ਹਾਂ ਸਦਾ ਖਿੜੇ ਹੈ ਰਹਿਣਾ। ਫੁੱਲ ਹਾਂ ਅਸੀਂ ਉਹ ਜਿਨ੍ਹਾਂ ਸਦਾ ਖਿੜੇ ਹੈ ਰਹਿਣਾ। ਕਹਿ ਦਿਓ ਤੂਫਾਨੀ ਹਵਾ ਨੂੰ ਕਦੇ ਵੀ ਵਗਦੀ ਆਏ। ਕਹਿ ਦਿਓ ਤੂਫਾਨੀ ਹਵਾ ਨੂੰ ਕਦੇ ਵੀ ਵਗਦੀ ਆਏ। ਰਚਨਾ ਦਾ ਸਿਰਲੇਖ ਹੈ ਜੀ ਪਿੰਗਰੇ। ਉਦੋਂ ਦੀਵੇ ਬੁਝ ਗਏ ਸੀ ਸਾਰੇ ਘਰਾਂ ਦੇ। ਉਦੋਂ ਦੀਵੇ ਬੁਝ ਗਏ ਸੀ ਸਾਰੇ ਘਰਾਂ ਦੇ। ਪੰਛੀ ਪਏ ਤੜਪਦੇ ਸੀ ਬਿਨ ਪਰਾਂ ਦੇ। ਪੰਛੀ ਪਏ ਤੜਪਦੇ ਸੀ ਬਿਨ ਪਰਾਂ ਦੇ। ਦਿੱਲੀ ਵਿੱਚ ਜਦੋਂ ਸੀ ਕਤਲਾਮ ਹੋਇਆ। 84 ਦਾ ਵੇੜਾ ਸੀ ਬਦਨਾਮ ਹੋਇਆ। ਦਿੱਲੀ ਵਿੱਚ ਜਦੋਂ ਸੀ ਕਤਲਾਮ ਹੋਇਆ। 84 ਦਾ ਵੇੜਾ ਸੀ ਬਦਨਾਮ ਹੋਇਆ। ਵਗ ਰਹੀ ਸੀ ਧਰਤ ਤੇ ਲਹੂ ਦੀ ਨਦੀ। ਵਗ ਰਹੀ ਸੀ ਧਰਤ ਤੇ ਲਹੂ ਦੀ ਨਦੀ। ਸ਼ਰਮਸਾਰ ਹੋਈ ਸੀ ਫਿਰ ਇੱਕ ਸਦੀ। ਸ਼ਰਮਸਾਰ ਹੋਈ ਸੀ ਫਿਰ ਇੱਕ ਸਦੀ। ਚਾਨਣਾ ਨੂੰ ਸੀ ਬਦੀ ਨੇ ਮਾਰ ਮੁਕਾਇਆ। ਚਾਨਣਾ ਨੂੰ ਸੀ ਬਦੀ ਨੇ ਮਾਰ ਮੁਕਾਇਆ। ਇੱਕ ਵਾਵ ਰੋਲੇ ਜਦ ਆ ਘੇਰਾ ਸੀ ਪਾਇਆ। ਇੱਕ ਵਾਵ ਰੋਲੇ ਜਦ ਆ ਘੇਰਾ ਸੀ ਪਾਇਆ। ਅਮਨ ਅਮਾਨ ਨਾਲ ਬੈਠੇ ਕੁਚਲ ਦਿੱਤੇ ਸਾਰੇ। ਅਮਨ ਅਮਾਨ ਨਾਲ ਬੈਠੇ ਕੁਚਲ ਦਿੱਤੇ ਸਾਰੇ। ਮੇਰੇ ਸਤਿਗੁਰ ਦੇ ਸੀ ਜੋ ਲਾਲ ਪਿਆਰੇ। ਮੇਰੇ ਸਤਿਗੁਰ ਦੇ ਸੀ ਜੋ ਲਾਲ ਪਿਆਰੇ। ਗੁਲਾਬਾਂ ਨੇ ਖਿੜਕੇ ਮਹਿਕਾਇਆ ਜੋ ਸ਼ਹਿਰ ਸੀ। ਗੁਲਾਬਾਂ ਨੇ ਖਿੜਕੇ ਮਹਿਕਾਇਆ ਜੋ ਸ਼ਹਿਰ ਸੀ। ਭਰ ਦਿੱਤਾ ਖਾਰਾਂ ਨੇ ਉੱਥੇ ਪਰ ਜ਼ਹਿਰ ਸੀ। ਭਰ ਦਿੱਤਾ ਖਾਰਾਂ ਨੇ ਉੱਥੇ ਪਰ ਜ਼ਹਿਰ ਸੀ। ਧਰਤੀ ਵੀ ਕੰਬੀ ਸੀ ਅੰਬਰ ਵੀ ਰੋਇਆ। ਧਰਤੀ ਵੀ ਕੰਬੀ ਸੀ ਅੰਬਰ ਵੀ ਰੋਇਆ। ਇਹ ਕਿਹਾ ਸੀ ਸ਼ਹਿਰ 'ਚ ਕਤਲਾਮ ਹੋਇਆ। ਇਹ ਕਿਹਾ ਸੀ ਸ਼ਹਿਰ 'ਚ ਕਤਲਾਮ ਹੋਇਆ। ਪੰਜ ਕਕਾਰੀ ਮੇਰੇ ਗੋਬਿੰਦ ਦੇ ਸ਼ਿੰਗਾਰੇ। ਸਿਦਕੀ ਸਿਰੜੀ ਨਾ ਕਦੇ ਵੀ ਹਾਰੇ। ਪੰਜ ਕਕਾਰੀ ਮੇਰੇ ਗੋਬਿੰਦ ਦੇ ਸ਼ਿੰਗਾਰੇ। ਸਿਦਕੀ ਸਿਰੜੀ ਨਾ ਕਦੇ ਵੀ ਹਾਰੇ। ਲੰਮੇ ਹੱਥ ਜ਼ੁਲਮਾਂ ਦੇ ਇਹਨਾਂ ਨੇ ਹੀ ਥੰਮੇ। ਲੰਮੇ ਹੱਥ ਜ਼ੁਲਮਾਂ ਦੇ ਇਹਨਾਂ ਨੇ ਹੀ ਥੰਮੇ। ਮੇਰੇ ਗੁਰੂ ਦੇ ਲਾਲ ਤਾਂ ਮਰ ਮਰ ਜੰਮੇ। ਮੇਰੇ ਗੁਰੂ ਦੇ ਲਾਲ ਤਾਂ ਮਰ ਮਰ ਜੰਮੇ। ਉਹਨਾਂ ਜਿੰਨੇ ਮਹਿਲ ਢਾਏ ਉਹ ਦੂਣੇ ਹੋ ਉਸਰੇ। ਉਹਨਾਂ ਜਿੰਨੇ ਮਹਿਲ ਢਾਏ ਉਹ ਦੂਣੇ ਹੋ ਉਸਰੇ। ਚਮਕੇ ਮੁੜ ਸਿੱਖੀ ਦੇ ਗੁੰਬਦਾਂ ਦੇ ਕਿੰਗਰੇ। ਚਮਕੇ ਮੁੜ ਸਿੱਖੀ ਦੇ ਗੁੰਬਦਾਂ ਦੇ ਕਿੰਗਰੇ। ਚਮਕੇ ਮੁੜ ਸਿੱਖੀ ਦੇ ਗੁੰਬਦਾਂ ਦੇ ਕਿੰਗਰੇ। ਬਹੁਤ ਖੂਬ ਮਨਜੀਤ ਜੀ, ਕਮਾਲ। ਤੁਸੀਂ ਬਿਲਕੁਲ ਹੀ ਉੱਥੇ ਹੀ ਲੈ ਗਏ ਉਸ ਮੰਜ਼ਿਲ ਦੇ ਵਿੱਚ, ਅਸੀਂ ਮਹਿਸੂਸ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਸ਼ੁਕਰੀਆ। ਕਿਉਂਕਿ ਇਹ ਸਿੱਖੀ ਹੀ ਸੀ ਜਿਹਨੇ ਸਾਨੂੰ ਇੰਨਾ ਉੱਚਾ ਰੁਤਬਾ ਦਿੱਤਾ ਤੇ ਇੰਨਾ ਹੌਸਲਾ ਸਾਡੇ ਜਜ਼ਬਾ ਭਰਿਆ ਕਿ ਅਸੀਂ ਫਿਰ ਤੋਂ ਇੱਕ ਤਰ੍ਹਾਂ ਉੱਠ ਖੜੇ ਹੋਏ ਤੇ ਫਿਰ ਤੋਂ ਤੁਰਨ ਲੱਗ ਪਏ। ਬਿਲਕੁਲ, ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ। ਸ਼ੁਕਰੀਆ ਜੀ। ਆਪ ਜੀ ਅਗਲੀ ਰਚਨਾ ਕਹੋਗੇ? ਹੁਣੇ ਕਹਿੰਦੇ ਹੋ ਤਾਂ ਹੁਣੇ ਕਹਿੰਦੀ ਨਹੀਂ, ਸੈਕੰਡ ਰਾਉਂਡ 'ਚ ਦੇਖ ਲਓ। ਨਹੀਂ, ਰਾਉਂਡ ਆਪ ਕਹਿ ਸਕਦੇ ਹੋ ਜੀ। ਅੱਛਾ ਜੀ, ਅੱਛਾ। ਇੱਕ ਰਚਨਾ ਮੇਰੀ ਕਲਮ ਹੈ, ਕਿਉਂਕਿ ਮੈਂ ਉਹਦੇ ਵਿੱਚ ਮਹਿਸੂਸ ਕੀਤਾ ਕਿ ਸਾਡੀ ਕਲਮ ਕੋਲ ਸ਼ਬਦ ਨਹੀਂ ਜੋ ਉਸ ਦਰਦ ਨੂੰ ਬਿਆਨ ਕਰ ਸਕਦੇ ਹੋਣ ਜਾਂ ਉਸ ਖਾਕੇ ਨੂੰ ਸਾਡੇ ਦਿਲਾਂ ਦੇ ਵਿੱਚੋਂ ਅਸੀਂ ਉਹਨੂੰ ਉਜਾਗਰ ਕਰ ਸਕੀਏ ਆਪਣੀ ਕਲਮ ਦੇ ਰਾਹੀਂ। ਤੋ ਸਿਰਲੇਖ ਹੈ ਜੀ, ਕਲਮ ਖਾਮੋਸ਼ ਹੈ। ਕਿਵੇਂ ਲਿਖਾਂ ਮੈਂ ਕੋਰੇ ਸਫ਼ਿਆਂ ਤੇ ਆਪਣੀ ਨਜ਼ਮ। ਕਿਵੇਂ ਲਿਖਾਂ ਮੈਂ ਕੋਰੇ ਸਫ਼ਿਆਂ ਤੇ ਆਪਣੀ ਨਜ਼ਮ। ਕੋਈ ਸੂਰਜੀ ਦੀਵੇ ਦਾ ਪ੍ਰਕਾਸ਼ ਨਹੀਂ ਮੇਰੇ ਕੋਲ। ਕੋਈ ਸੂਰਜੀ ਦੀਵੇ ਦਾ ਪ੍ਰਕਾਸ਼ ਨਹੀਂ ਮੇਰੇ ਕੋਲ। ਉਸ ਪਵਿੱਤਰ ਘਰ ਦੀ ਲਹੂ ਨਾਲ ਲੱਥਪੱਥ ਹੋਈ ਧਰਤ ਦੇ ਵਿਰਲਾਪੀ ਬੋਲ ਨਹੀਂ ਮੇਰੇ ਕੋਲ। ਪਵਿੱਤਰ ਪ੍ਰਕਰਮਾਂ ਦੀ ਛਲਣੀ ਛਲਣੀ ਹੋਈ ਰੂਹ ਦੇ ਦਰਦੀਲੇ ਬੋਲ ਨਹੀਂ ਮੇਰੇ ਕੋਲ। ਮੇਰੇ ਹਰਮੰਦਰ ਦੀਆਂ ਗੋਲੀਆਂ ਨਾਲ ਵਿੰਨੀਆਂ ਕੰਧਾਂ ਦੇ ਤਿੜ ਤਿੜ ਕਰਕੇ ਫਟਦੇ ਸੀਨਿਆਂ ਦੀ
ਆਵਾਜ਼ ਦੇ ਅਹਿਸਾਸ ਨਹੀਂ ਮੇਰੇ ਕੋਲ। ਮਾਸੂਮ ਬੱਚੇ, ਔਰਤਾਂ, ਮਰਦ, ਬਜ਼ੁਰਗ, ਉਤਰੀਆਂ ਦਸਤਾਰਾਂ, ਤੜਪਦੀਆਂ ਨਾਰਾਂ ਦੇ, ਰੁਲਦੇ ਜਿਸਮਾਂ ਤੇ, ਖੁੱਲੇ ਨੈਣਾਂ ਦੇ, ਤਰਲਿਆਂ ਦੇ ਜਵਾਬ ਨਹੀਂ ਮੇਰੇ ਕੋਲ। ਉਤਰੀਆਂ ਦਸਤਾਰਾਂ, ਤੜਪਦੀਆਂ ਨਾਰਾਂ ਦੇ, ਰੁਲਦੇ ਜਿਸਮਾਂ ਤੇ, ਖੁੱਲੇ ਨੈਣਾਂ ਦੇ, ਤਰਲਿਆਂ ਦੇ ਜਵਾਬ ਨਹੀਂ ਮੇਰੇ ਕੋਲ। ਬਾਜ਼ਾਰਾਂ ਵਿੱਚ ਖਿੱਚ-ਤੂ ਕਰਕੇ ਮਾਰੇ ਨੌਜਵਾਨਾਂ ਦੀਆਂ ਆਣੀਆਂ ਮੌਤਾਂ ਦਾ ਹਿਸਾਬ ਨਹੀਂ ਮੇਰੇ ਕੋਲ। ਸੂਰਜ ਹਰ ਰੋਜ਼ ਚੜ੍ਹਦਾ ਹੈ, ਸੂਰਜ ਹਰ ਰੋਜ਼ ਚੜ੍ਹਦਾ ਹੈ, ਸੂਰਜ ਹਰ ਰੋਜ਼ ਲਹਿੰਦਾ ਹੈ, ਪਰ ਸੰਨ 84 ਦਾ ਸੰਤਾਪ ਰੂਹਾਂ ਨਾਲ ਅੱਜ ਵੀ ਖਹਿੰਦਾ ਹੈ। ਪਰ ਸੰਨ 84 ਦਾ ਸੰਤਾਪ ਰੂਹਾਂ ਨਾਲ ਅੱਜ ਵੀ ਖਹਿੰਦਾ ਹੈ। ਅੱਜ ਤੱਕ ਰੋਂਦੀਆਂ ਕੁਰਲਾਉਂਦੀਆਂ ਤੜਪਦੀਆਂ ਜਿੰਦਾਂ ਲਈ ਇਨਸਾਫ ਨਹੀਂ ਸਾਡੇ ਕੋਲ, ਇਨਸਾਫ ਨਹੀਂ ਸਾਡੇ ਕੋਲ। ਫਿਰ ਮੈਂ ਕਿਵੇਂ ਲਿਖਾਂ ਇਹਨਾਂ ਦੇ ਲਈ ਹੌਸਲੇ ਦੇ ਬੋਲ, ਮੇਰੀ ਕਲਮ ਕੋਲ ਨਹੀਂ। ਸ਼ਬਦ ਇਸ ਦਰਦ ਭਰੇ ਸਮੁੰਦਰ ਦਾ ਮੰਥਨ ਕਰਨ ਲਈ, ਇਸ ਦਰਦ ਭਰੇ ਸਮੁੰਦਰ ਦਾ ਮੰਥਨ ਕਰਨ ਲਈ ਮੇਰੀ ਕਲਮ ਖਾਮੋਸ਼ ਹੈ, ਮੇਰੀ ਕਲਮ ਖਾਮੋਸ਼ ਹੈ। ਧੰਨਵਾਦ ਜੀ। ਬਹੁਤ 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 ਖੂਬ, ਬਹੁਤ ਖੂਬ ਜੀ। ਬਹੁਤ ਵਧੀਆ ਭੈਣ ਜੀ। ਇਸ ਸਾਨੂੰ ਭੈਣ ਮਨਜੀਤ ਕੌਰ ਆਲਵੀ ਸੀ ਤੇ ਹੁਣ ਮੈਂ ਬੜੇ ਅਦਬ ਦੇ ਨਾਲ ਅਗਲੀ ਕਲਮ ਨੂੰ ਸੱਦਾ ਦੇਣ ਜਾ ਰਹੀ ਹਾਂ। ਬਹੁਤ ਹੀ ਸਤਿਕਾਰਯੋਗ ਮੈਡਮ ਅਮਰਜੀਤ ਕੌਰ ਮੋਰਿੰਡਾ ਜੀ, ਜੋ ਪੇਸ਼ੇ ਵਜੋਂ ਰਿਟਾਇਰਡ ਅਧਿਆਪਕ ਰਿਟਾਇਰ ਹੋਏ ਨੇ ਤੇ ਨਾਲ ਦੀ ਨਾਲ ਬਹੁਤ ਖੂਬਸੂਰਤ ਛੰਦਬੱਧ ਕਵਿਤਾ ਲਿਖਦੇ ਨੇ ਤੇ ਗਾਉਂਦੇ ਵੀ। ਸੋ ਸਵਾਗਤ ਕਰਦੇ ਹਾਂ ਭੈਣ ਅਮਰਜੀਤ ਕੌਰ ਮੋਰਿੰਡਾ। ਧੰਨਵਾਦ ਬਲਵਿੰਦਰ ਕੌਰ ਮੈਡਮ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਪ੍ਰਵਾਸ ਮੀਡੀਆ ਦਾ, ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦਾ, ਕਿ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਆਪਣੇ ਕਲਾਮ ਪੇਸ਼ ਕਰਨ ਦਾ ਔਰ ਸਰੋਤਿਆਂ ਦੇ ਰੂਬਰੂ ਹੋਣ ਦਾ। ਪੇਸ਼ ਹੈ ਜੀ 84 ਵਾਲੇ ਜੂਨ 84 ਦੇ ਸੰਬੰਧ ਵਿੱਚ ਮੇਰੀ ਰਚਨਾ ਪੇਸ਼ ਹੈ। ਕੱਲੂ ਘਰ ਜੂਨ ਦਾ ਹਰਦਮ ਰਹਿੰਦਾ ਯਾਰ, ਕੱਲੂ ਘਰ ਜੂਨ ਦਾ ਹਰਦਮ ਰਹਿੰਦਾ ਯਾਦ, 84 ਦੀ ਪੀੜ ਦਾ ਕਿੰਜ ਕਰਾਂ ਅਨੁਵਾਦ, 84 ਦੀ ਪੀੜ ਦਾ ਕਿੰਜ ਕਰਾਂ ਅਨੁਵਾਦ। ਪੇਸ਼ ਹੈ ਜੀ ਰਚਨਾ ਦੁਪਹੀਆ ਛੰਦ ਵਿੱਚ, ਤੀਜਾ ਘੱਲੂਘਾਰਾ, ਜਿਹਨੂੰ ਸਰਕਾਰ ਨੇ ਸਾਬਕਾ ਨੀਲਾ ਤਾਰਾ ਦਾ ਨਾਮ ਦਿੱਤਾ ਹੈ। ਪੇਸ਼ ਹੈ ਜੀ। ਹਰ ਬੰਦੇ ਨੂੰ ਲੱਗਦਾ ਸਭ ਤੋਂ ਆਪਣਾ ਧਰਮ ਪਿਆਰਾ, ਹਰ ਬੰਦੇ ਨੂੰ ਲੱਗਦਾ ਸਭ ਤੋਂ ਆਪਣਾ ਧਰਮ ਪਿਆਰਾ, ਕਰਦਾ ਕੋਈ ਵਧੀਕੀ ਜਦ ਵੀ ਹੁੰਦਾ ਨਹੀਂ ਦੁਬਾਰਾ। ਆਵੇ ਜੂਨ ਮਹੀਨਾ ਜਦ ਵੀ ਧੂ ਕਾਲਜੇ ਪਾਵੇ, ਛਮ ਛਮ ਨੀਰ ਵਗੇ ਨੈਣਾ ਚੋਂ ਪੇਸ਼ ਨਾ ਕੋਈ ਜਾ। ਪੰਚਮ ਗੁਰਦਾ ਪੁਰਬ ਸ਼ਹੀਦੀ, ਘੱਟ ਸੰਗਤ ਦਾ ਭਾਰੀ, ਪੰਚਮ ਗੁਰਦਾ ਪੁਰਬ ਸ਼ਹੀਦੀ, ਘੱਟ ਸੰਗਤ ਦਾ ਭਾਰੀ, ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਕਰਕੇ ਪਿਆਰੀ, ਗਿਟ ਮਿਟ ਕਰਕੇ ਅੰਦਰ ਖਾਤੇ, ਚਾਲ ਅਨੋਖੀ ਚੱਲੀ, ਫੌਜ ਘੇਰਿਆ ਚਾਰ ਚਫੇਰਾ, ਮੱਚ ਗਈ ਤਰਖੱਲੀ। ਥੈਂਕ ਯੂ। ਤੋਪਾਂ ਵੀਰ ਬਣਾ ਮੋਰਚੇ, ਬਹਿ ਗਏ ਮਲ ਕੇ ਡੇਰੇ, ਕਰਫਿਊ ਲਾ ਪੰਜਾਬ 'ਚ 42 ਗੁਰੂਦੁਆਰੇ ਘੇਰੇ, ਲੈ ਗਿਆ ਭੇਤ ਸਿਪਾਹੀ ਕੀਤੇ, ਟੈਂਕਾਂ ਦੇ ਨਾਲ ਹੱਲੇ,
ਲੈ ਗਿਆ ਭੇਤ ਸਿਪਾਹੀ ਕੀਤੇ ਟੈਂਕਾਂ ਦੇ ਨਾਲ ਹੱਲੇ ਤੜ 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 ਗੋਲੀ ਚੱਲੇ ਤੜ 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 ਚੱਲਣ ਗੋਲੇ ਠਾ ਠਾ ਗੋਲੀ। ਬਿਜਲੀ ਪਾਣੀ ਦੇ ਕੱਟ ਕਨੈਕਸ਼ਨ ਬਿਜਲੀ ਪਾਣੀ ਦੇ ਕੱਟ ਕਨੈਕਸ਼ਨ ਕੀਤਾ ਨੇਰ ਚ ਵਸੇ ਲੋਕਾਂ ਲਈ ਜੋ ਲੰਗਰ ਲਾਉਂਦੇ ਤੜਫਣ ਭੁੱਖੇ ਪਿਆਸੇ। ਪਾਣੀ ਦੇ ਕੱਟ ਕਨੈਕਸ਼ਨ ਕੀਤਾ ਨੇਰ ਚ ਪਾਸੇ ਉਹ ਲੋਕਾਂ ਲਈ ਜੋ ਲੰਗਰ ਲਾਉਂਦੇ ਤੜਫਣ ਭੁੱਖੇ। ਧੰਨਵਾਦ ਜੀ। ਬਹੁਤ ਖੂਬ, ਬਹੁਤ ਖੂਬ। ਧੰਨਵਾਦ ਜੀ। ਸ਼ਹੀਦੀ ਪੁਰਬ ਮਨਾਵਣ ਖਾਤਰ ਜੋ ਸ਼ਰਧਾਲੂ ਆਏ ਬੇਗੁਨਾਹ ਮਾਸੂਮ ਵਿਚਾਰੇ ਗੋਲਿਆਂ ਨਾਲ ਉਡਾਏ। ਭਰਿਆ ਲਾਸ਼ਾਂ ਨਾਲ ਸਰੋਵਰ ਲਾਲ ਹੋ ਗਿਆ ਸਾਰਾ। ਭਰਿਆ ਲਾਸ਼ਾਂ ਨਾਲ ਸਰੋਵਰ ਲਾਲ ਹੋ ਗਿਆ ਸਾਰਾ। ਸੰਗਤ ਦੇ ਦਿਲ ਵਿੱਚ ਜਾਗਿਆ ਰੋਸ ਤੇ ਗੁੱਸਾ ਭਾਰਾ। ਸਾੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਲਾ ਕੇ ਤੋਪ ਨਿਸ਼ਾਨਾ ਤੋਸ਼ਾਖਾਨੇ ਦਾ ਬੇਸ਼ਕੀਮਤੀ ਲੁੱਟਿਆ ਖੂਬ ਖਜ਼ਾਨਾ। ਰੂਹ ਸਿੱਖੀ ਦੀ ਤਾਜ ਸਿੱਖੀ ਦਾ ਪਲ ਚ ਖੰਡਰ ਬਣਾਏ। ਰੂਹ ਸਿੱਖੀ ਦੀ ਤਾਜ ਸਿੱਖੀ ਦਾ ਪਲ ਚ ਖੰਡਰ ਬਣਾਏ। ਹੁਕਮ ਸਿੱਖ ਦਾ ਸਿੱਖਾਂ ਹੱਥੋਂ ਆਪਣੇ ਵੀਰ ਮਾਰੇ। ਬਿਲਕੁਲ ਜੀ, ਬਿਲਕੁਲ। ਹੁਕਮ ਸਿੱਖ ਦਾ ਸਿੱਖਾਂ ਹੱਥੋਂ ਆਪਣੇ ਵੀਰ ਮਰਾਏ। ਧਰਮ ਹੇਤ ਕੁਰਬਾਨ ਹੋਣ ਦੇ ਗੁਰੂਆਂ ਪਾਠ ਪੜ੍ਹਾਏ। ਗੈਰਤ ਖਾ ਕੇ ਕਈ ਸਿੱਖ ਫੌਜੀ ਛੱਡ ਨੌਕਰੀ ਆਏ। ਧੰਨਵਾਦ ਜੀ। 9 ਮਾਸ ਦਾ ਰਿਸ਼ਤਾ ਸਨ ਜੋ ਦੁੱਖ ਸੁੱਖ ਵਿੱਚ ਸਹਾਈ। 9 ਮਾਸ ਦਾ ਰਿਸ਼ਤਾ ਸਨ ਜੋ ਦੁੱਖ ਸੁੱਖ ਵਿੱਚ ਸਹਾਈ। ਘੱਲੂ ਘਾਰੇ ਨੇ ਹਿੰਦੂ ਸਿੱਖ ਵਿੱਚ ਨਫਰਤ ਖਿਲਾਈ। ਘੱਲੂ ਘਾਰੇ ਨੇ ਹਿੰਦੂ ਸਿੱਖ ਵਿੱਚ ਨਫ਼ਰਤ ਖੂਬ ਫੈਲਾਈ। ਧਰਮ ਨਿਰਪੱਖ ਦੇਸ਼ ਚ ਕਿਹਾ ਜਾਂਦਾ ਵੀ ਸਾਡਾ ਦੇਸ਼ ਧਰਮ ਨਿਰਪੱਖ ਹੈ। ਧਰਮ ਨਿਰਪੱਖ ਦੇਸ਼ ਚ ਚੱਲੇ ਦੌਰ ਕਿਹੇ ਇਹ ਕਾਲੇ। ਅੱਜ ਤੱਕ ਵੀ ਰਿਸ਼ਦੇ ਨੇ ਇਹ ਜ਼ਖਮ 84 ਵਾਲੇ। ਅੱਜ ਤੱਕ ਵੀ ਰਿਸ਼ਦੇ ਨੇ ਇਹ ਜ਼ਖਮ 84 ਵਾਲੇ। ਇਹ ਜ਼ਖਮ 84 ਵਾਲੇ। ਸੱਚਮੁੱਚ ਰੂਹ ਕੰਬ ਰਹੀ ਹੈ ਬਹੁਤ ਦੁੱਖ ਹੋ ਰਿਹਾ। ਆਤਮਾ ਸੁਖ ਸ਼ਾਂਤੀ ਰੱਖੇ ਫਿਊਚਰ। ਧੰਨਵਾਦ ਜੀ। ਬਹੁਤ ਹੀ ਭਾਵਪੂਰਕ ਰਚਨਾ, ਇੱਕ ਸੱਚਾਈ ਤੁਹਾਡੀ ਕਵਿਤਾ ਦੇ ਵਿੱਚ ਜਿਹੜੀ ਤੁਸੀਂ ਅੱਖਰਾਂ ਨਾਲ ਬਿਆਨ ਕੀਤੀ। ਧੰਨਵਾਦ। ਇਹਨਾਂ ਦੀ ਕਵਿਤਾ ਦੇ ਪੂਰਾ ਉਸ ਵਕਤ ਦਾ ਜੋ ਸੀਨ ਅੱਖਾਂ ਦੇ ਅੱਗੇ ਲੈ ਆਂਦਾ, ਪੂਰਾ ਦਾ ਪੂਰਾ ਇਹਨਾਂ ਨਕਸ਼ਾ ਜਿਹੜਾ ਆਪਣੀ ਕਲਮ ਰਾਹੀਂ ਉਤਾਰਿਆ ਹੈ। ਉਹ ਨਕਸ਼ਾ ਨਿਸ਼ਬਦ ਭੈਣ ਜੀ ਅਸੀਂ ਇਸ ਕਵਿਤਾ ਲਈ ਕੁਝ ਕਹਿ ਨਹੀਂ ਸਕਦੇ। ਨਿਸ਼ਬਦ। ਕੁਲਦੀਪ ਕੌਰ ਦੀ ਧੰਨਵਾਦ ਜੀ। ਲੋਕ 17 ਮੈਨੂੰ ਯਾਦ ਆਈਆਂ ਨੇ ਕਿ ਕਹਾਣੀ ਕਰਦੇ ਇਹ ਵਕਤ ਕਹਾਣੀ ਕਰ ਗਿਆ। ਬੀਤੇ ਗਮ ਵੀ ਭਰਦਾ ਗਿਆ। ਕੁਝ ਕਹਿੰਦਾ ਗਿਆ, ਕੁਝ ਜਰਦਾ ਗਿਆ, ਕੁਝ ਗਰਮ ਹੋਇਆ, ਕੁਝ ਠਰਦਾ ਰਿਹਾ। ਚੁੱਪਚਾਪ ਹਕੀਕਤ ਭਰਦਾ ਰਿਹਾ। ਇਹ ਵਕਤ ਕਹਾਣੀ ਕਰਦਾ ਰਿਹਾ। ਸੋ ਵਕਤ ਦੀਆਂ ਕਹਾਣੀਆਂ ਨੇ ਜਿਹੜੀਆਂ ਹਰ ਸਾਲ ਸੁਣਾਈਆਂ ਜਾਂਦੀਆਂ ਨੇ ਤੇ ਹਰ ਸਾਲ ਸੁਣਾਈਆਂ ਜਾਂਦੀਆਂ ਰਹਿਣਗੀਆਂ। ਬਿਲਕੁਲ ਜੀ। ਜਿਵੇਂ ਕਿ ਉਹ ਸਾਡੇ ਬਜ਼ੁਰਗ 47 ਨਹੀਂ ਮਿਲੇ, ਉਹਨਾਂ ਨੇ 47 ਦੇਖੀ ਸੀ, ਅਸੀਂ 84 ਦੇਖੀ ਆ। ਜਿੰਨੀ ਦੇਰ ਅਸੀਂ ਜਿਉਂਦੇ ਰਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਉਹ ਸਾਰੀਆਂ ਕਹਾਣੀਆਂ ਹੀ ਕਵਾਂਗੇ ਜਾਂ ਅਸੀਂ ਜੋ ਵੀ ਅਸਲੀਅਤ ਆ ਅਸੀਂ ਬਿਆਨਦੇ ਰਵਾਂਗੇ, ਆਪਣੇ ਬੱਚਿਆਂ ਨੂੰ ਦੱਸਦੇ ਰਵਾਂਗੇ। ਤੁਸੀਂ ਲੋਕ ਸ੍ਰੀ ਅੰਮ੍ਰਿਤਸਰ ਜੀ ਦੇ ਬਹੁਤ ਕੋਲ ਹੋ ਤੇ ਤੁਸੀਂ ਕਈਆਂ ਨੇ ਇਹ ਚੀਜ਼ਾਂ ਦੇਖੀਆਂ ਨੇ, ਹੰਡਾਈਆਂ ਨੇ। ਅਸੀਂ ਜਿਨ੍ਹਾਂ ਨੇ
ਤੋਂ ਸੁਣਿਆ ਤੇ ਉਹ ਵੀ ਕੰਬ ਜਾਂਦੇ ਸੀ, ਉਹ ਵੀ ਕੰਬ ਜਾਂਦੇ ਸੀ ਸੁਣ ਕੇ। ਤੇ ਹੁਣ ਮੈਂ ਇਸੇ ਲੜੀ ਨੂੰ ਅੱਗੇ ਵਧਾਉਂਦੀ ਹੋਈ ਬਹੁਤ ਅਦਬ ਦੇ ਨਾਲ ਭੈਣ ਜਸਬੀਰ ਕੌਰ ਜੱਸ ਜੀ ਨੂੰ ਸੱਦਾ ਦੇਣ ਜਾ ਰਹੀ ਹਾਂ। ਆਓ ਭੈਣ ਜੀ, ਆਪਣੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰੋ। ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ। ਅੱਜ ਜਿਹੜਾ ਪ੍ਰੋਗਰਾਮ ਵਿਸ਼ਵ ਨਾਰੀ ਸਾਹਿਤਕ ਮੰਚ ਵੱਲੋਂ ਉਲੀਕਿਆ ਗਿਆ ਹੈ, ਬਹੁਤ ਹੀ ਦਰਦ ਭਰਿਆ ਹੈ। ਸਾਰਾ ਦਿਨ ਹੀ ਅੱਜ ਇਸ ਤਰ੍ਹਾਂ ਦਾ ਹੀ ਲੰਘਿਆ ਕਿ ਸੋਚ ਕੇ, ਕਿਉਂਕਿ ਮੈਂ ਵੀ ਆਪਣੇ ਪਿੰਡੇ ਤੇ ਇਹ ਦਰਦ ਹੰਢਾਇਆ ਹੈ। ਕਿਉਂਕਿ ਮੇਰਾ ਘਰ ਜਿਹੜਾ, ਥੋੜੀ ਜਿਹੀ ਮੈਂ ਇੰਟਰੋਡਕਸ਼ਨ ਦੇ ਦੇਵਾਂ, ਕਿ ਬਿਲਕੁਲ ਦਰਬਾਰ ਸਾਹਿਬ ਦੇ ਲਾਗੇ ਸੀ। ਔਰ ਬਸ ਇਹੋ ਹੀ ਦਿਨ ਰਾਤ ਗੋਲੀਆਂ ਦੀਆਂ ਆਵਾਜ਼ਾਂ, ਬਾਰੂਦਾਂ ਦੀਆਂ ਆਵਾਜ਼ਾਂ। ਜਦੋਂ ਟੈਂਕ ਅੰਦਰ ਗਏ ਨੇ, ਉਹ ਵੀ ਮਹਿਸੂਸ ਹੋਇਆ ਸਾਡੇ ਦਿਲ ਦੇ ਅੰਦਰ, ਟੈਂਕ ਦਿਲ ਦੇ ਉੱਪਰ ਚੱਲੇ ਟੈਂਕ। ਉਹ ਬਿਲਕੁਲ ਆਵਾਜ਼ ਇਸ ਤਰ੍ਹਾਂ ਸੀ ਜਿਵੇਂ ਸਾਡੇ ਉੱਪਰੋਂ ਟੈਂਕ ਲੰਘ ਰਹੇ ਨੇ। ਮੇਰੀ ਕਲਮ ਇੰਨੀ ਨਹੀਂ ਵਧੀਆ ਹੈਗੀ ਕਿ ਮੈਂ ਉਸ ਨੂੰ ਇਸ ਤਰ੍ਹਾਂ ਦਾ ਕਲਮਬੱਧ ਕਰ ਸਕਾਂ, ਪਰ ਫਿਰ ਵੀ ਮਾੜੀ ਜੀ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਸਨ 84 ਦਾ ਬਿਆਨ। ਇਹ ਗੱਲ ਸਨ 84 ਦੀ ਏ, ਇਹ ਗੱਲ ਸਨ 84 ਦੀ ਏ, ਇਸ ਨੂੰ ਕਿਵੇਂ ਭੁਲਾਣਾ ਏ। ਦਿਲ ਤੇ ਹੋਏ ਜ਼ਖਮਾਂ ਨੂੰ ਦਾਤਾ ਕਿਵੇਂ ਮਿਟਾਉਣਾ ਏ। ਦਿਲ ਤੇ ਹੋਏ ਜ਼ਖਮਾਂ ਨੂੰ ਦਾਤਾ ਕਿਵੇਂ ਮਿਟਾਉਣਾ ਏ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਸੰਗਤਾਂ ਵੀ ਹੁਮ ਹੁਮਾ ਕੇ ਆਉਣਾ ਸੀ। ਪਰ ਇਹ ਕੀ ਭਾਣਾ ਵਰਤਿਆ ਸੀ, ਪਰ ਇਹ ਕੀ ਭਾਣਾ ਵਰਤਿਆ ਸੀ। ਫੌਜਾਂ ਨੇ ਘੇਰਾ ਪਾਇਆ ਸੀ, ਫੌਜਾਂ ਨੇ ਘੇਰਾ ਪਾਇਆ ਸੀ। ਗੋਲੀਬਾਰੀ ਇਹ ਕਰਦੇ ਰਹੇ, ਗੋਲੀਬਾਰੀ ਇਹ ਕਰਦੇ ਰਹੇ। ਅਸੀਂ ਘਰਾਂ ਵਿੱਚ ਹੀ ਤੜਫਦੇ ਰਹੇ, ਅਸੀਂ ਘਰਾਂ ਵਿੱਚ ਹੀ ਤੜਫਦੇ ਰਹੇ। ਲਾਸ਼ਾਂ ਬਿਖਰੀਆਂ ਸੀ ਇੱਧਰ ਉੱਧਰ, ਲਾਸ਼ਾਂ ਬਿਖਰੀਆਂ ਸੀ ਇੱਧਰ ਉੱਧਰ। ਤੇ ਇਹ ਖੂਨ ਨਾਲ ਹੱਥ ਧੋਂਦੇ ਰਹੇ, ਤੇ ਇਹ ਖੂਨ ਨਾਲ ਹੱਥ ਧੋਂਦੇ ਰਹੇ। ਕਰਫਿਊ ਲਗਾ ਕੇ ਤਾਰ ਦਿੱਤਾ, ਕਰਫਿਊ ਲਗਾ ਕੇ ਤਾਰ ਦਿੱਤਾ। ਬਿਜਲੀ ਪਾਣੀ ਨੂੰ ਵੀ ਤਰਸਾ ਦਿੱਤਾ। ਸਿੱਖਾਂ ਦੇ ਸੋਹਣੇ ਮੱਕੇ ਤੇ ਟੈਂਕਾਂ ਨੂੰ ਚੜਾ ਦਿੱਤਾ, ਸਿੱਖਾਂ ਦੇ ਸੋਹਣੇ ਮੱਕੇ ਤੇ ਟੈਂਕਾਂ ਨੂੰ ਚੜਾ ਦਿੱਤਾ। ਮੇਰੇ ਸੋਹਣੇ ਸੁੰਦਰ ਅਕਾਲ ਤਖਤ ਨੂੰ ਇਹਨਾਂ ਮਿੱਟੀ ਦੀ ਢੇਰੀ ਬਣਾ ਦਿੱਤਾ। ਮੇਰੇ ਸੋਹਣੇ ਸੁੰਦਰ ਅਕਾਲ ਤਖਤ ਨੂੰ ਇਹਨਾਂ ਮਿੱਟੀ ਦੀ ਢੇਰੀ ਬਣਾ ਦਿੱਤਾ। ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਆਪਣੀਆਂ ਹੀ ਫੌਜਾਂ ਤੋਂ ਮਰਵਾ ਦਿੱਤਾ, ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਆਪਣੀਆਂ ਹੀ ਫੌਜਾਂ ਤੋਂ ਮਰਵਾ ਦਿੱਤਾ। ਮੇਰੀ ਰੂਹ ਅੱਜ ਵੀ ਕੰਬਦੀ ਏ, ਮੇਰੀ ਰੂਹ ਅੱਜ ਵੀ ਕੰਬਦੀ ਏ ਬਾਰੂਦਾਂ ਟੈਂਕਾਂ ਦੀਆਂ ਆਵਾਜ਼ਾਂ ਤੋਂ। ਅਸੀਂ ਦੁਬਕੇ ਦੁਬਕੇ ਬੈਠੇ ਸੀ। ਉਹ ਕਹੀ ਭਿਆਨਕ ਰਾਤ ਸੀ, ਉਹ ਕਹੀ ਭਿਆਨਕ ਰਾਤ ਸੀ। ਅਸੀਂ ਦੁਬਕੇ ਦੁਬਕੇ ਬੈਠੇ ਸੀ, ਪਰ ਅੱਖੀਆਂ ਵਿੱਚ ਹੰਝੂਆਂ ਦੀ ਬਰਸਾਤ ਸੀ, ਪਰ ਅੱਖੀਆਂ ਵਿੱਚ ਹੰਝੂਆਂ ਦੀ ਬਰਸਾਤ ਸੀ। ਉਹਨਾਂ ਦਿਨਾਂ ਨੂੰ ਕਿਵੇਂ ਭੁਲਾ ਦਈਏ, ਉਹਨਾਂ ਦਿਨਾਂ ਨੂੰ ਕਿਵੇਂ ਭੁਲਾ ਦਈਏ ਜਦੋਂ ਗਲਿਆਂ ਸਾਡਿਆਂ ਚ ਟਾਇਰ ਪਾਏ ਸੀ, ਜਦੋਂ ਗਲਿਆਂ ਸਾਡਿਆਂ ਚ ਟਾਇਰ ਪਾਏ ਸੀ। ਅਸੀਂ ਲੋਕਾਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ, ਅਸੀਂ ਲੋਕਾਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ। ਤੇ ਇਹ ਸਾਡੀਆਂ ਬੇਟੀਆਂ ਤੇ ਕਹਿਰ ਵਰਾਉਂਦੇ ਰਹੇ, ਤੇ ਇਹ ਸਾਡੀਆਂ ਬੇਟੀਆਂ ਤੇ ਕਹਿਰ ਵਰਾਉਂਦੇ ਰਹੇ। ਲਿੰਬਾ ਪੋਚੀ ਕਰਕੇ ਫੇਰ, ਲਿੰਬਾ ਪੋਚੀ ਕਰਕੇ ਫੇਰ ਖੋਲ ਦਿੱਤੇ ਦੁਆਰੇ ਫੇਰ। ਮੈਂ ਜਦ ਅਕਾਲ ਤਖਤ ਨੂੰ ਡਿੱਠਾ ਫੇਰ, ਮੈਂ ਜਦ ਅਕਾਲ ਤਖਤ ਨੂੰ ਡਿੱਠਾ ਫੇਰ,
ਭੁੱਬਾਂ ਨਿਕਲ ਗਈਆਂ ਢੇਰੋ ਢੇਰ, ਭੁੱਬਾਂ ਨਿਕਲ ਗਈਆਂ ਢੇਰੋ ਢੇਰ। ਹਾਏ ਕੰਬਖਤੋ ਇਹ ਕੀ ਕਮਾਇਆ ਜੇ, ਹਾਏ ਕੰਬਖਤੋ ਇਹ ਕੀ ਕਹਿਰ ਕਮਾਇਆ ਜੇ। ਸਾਡੇ ਸੋਹਣੇ ਪਾਕ ਹਰਮੰਦਰ ਨੂੰ ਤੁਸਾਂ ਗੁਰੂਆਂ ਨਾਲ ਹਿਲਾਇਆ ਜੇ, ਸਾਡੇ ਸੋਹਣੇ ਪਾਕ ਹਰਮੰਦਰ ਨੂੰ ਤੁਸਾਂ ਬਾਰੂਦਾਂ ਨਾਲ ਹਿਲਾਇਆ ਜੇ। ਦੇ ਘਰ ਤੇ ਗੁਰੂ ਰਾਮਦਾਸ ਦੇ ਘਰ ਤੇ ਜਸ ਇਹਨਾਂ ਵੈਰੀਆਂ ਨੇ ਡਾਢਾ ਜ਼ੁਲਮ ਵਰਤਾਇਆ ਸੀ, ਡਾਢਾ ਜ਼ੁਲਮ ਵਰਤਾਇਆ ਸੀ। ਪਰ ਗੁਰੂ ਦੇ ਲਾਲਾ ਨੇ ਫੇਰ ਤੋਂ ਤਖਤ ਬਣਾਇਆ ਸੀ, ਪਰ ਗੁਰੂ ਦੇ ਲਾਲਾ ਨੇ ਫੇਰ ਤੋਂ ਤਖਤ ਬਣਾਇਆ ਸੀ ਤੇ ਵੈਰੀ ਦਲ ਨੂੰ ਇੱਥੋਂ ਭਜਾਇਆ ਸੀ, ਤੇ ਵੈਰੀ ਦਲ ਨੂੰ ਇੱਥੋਂ ਭਜਾਇਆ ਸੀ। ਮੇਰੀ ਕਲਮ ਦੀ ਇਹੋ ਪੁਕਾਰ ਦਾਤਾ, ਮੇਰੀ ਕਲਮ ਦੀ ਇਹੋ ਪੁਕਾਰ ਦਾਤਾ, ਹਮੇਸ਼ਾ ਚਮਕਦਾ ਰਹੇ ਤੇਰਾ ਦਰਬਾਰ ਦਾਤਾ, ਹਮੇਸ਼ਾ ਚਮਕਦਾ ਰਹੇ ਤੇਰਾ ਦਰਬਾਰ ਦਾਤਾ। ਇਹੋ ਜਹੀ ਹੀ ਰਹੇ ਸ਼ਾਨ ਦਾਤਾ, ਇਹੋ ਜਹੀ ਹੀ ਰਹੇ ਸ਼ਾਨ ਦਾਤਾ। ਵਾਹਿਗੁਰੂ। ਬਹੁਤ ਵਧੀਆ ਰਚਨਾ ਬੋਲੀ, ਬਹੁਤ ਵਧੀਆ। ਸ਼ੁਕਰੀਆ ਜੀ। ਬਹੁਤ ਵਧੀਆ। ਜੇ ਕਿਉਂਕਿ ਜਿਹਨੇ ਪਿੰਡੇ ਤੇ ਹੰਡਾਇਆ ਹੁੰਦਾ, ਸੱਚ ਹੰਡਾਇਆ ਹੁੰਦਾ, ਸਭ ਭਾਵੇਂ ਨੇ ਉਹ ਬਿਲਕੁਲ ਕਿਉਂਕਿ ਕਵਿਤਾ ਲਿਖੇ ਨਾ ਲਿਖੇ, ਨਹੀਂ ਆਉਂਦੀ ਨਾ ਲਿਖੇ, ਪਰ ਉਹ ਜੋ ਜਜ਼ਬਾਤ ਨੇ ਉਹ ਦਿਲ ਤੱਕ ਪਹੁੰਚਦੇ ਨੇ। ਬਹੁਤ ਬਹੁਤ ਖੂਬ ਔਰ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣੇ ਜਜ਼ਬਾਤਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਭੈਣ ਜੀ। ਤੇ ਸਿੱਖਾਂ ਤੇ ਇਹ ਨਹੀਂ ਕਿ ਹੁਣੇ ਹੀ ਹਮਲੇ ਹੁੰਦੇ ਰਹੇ ਆ, ਗਾਹੇ ਬਗਾਹੇ ਭਾਵੇਂ ਗੁਰੂ ਕਾਲ ਤੋਂ ਲੈ ਲਈਏ ਹੁਣ ਤੱਕ ਸੇਫ ਜੇ ਅਸੀਂ ਕਹੀਏ ਤਾਂ ਹਾਕਮ ਦੀ ਨਜ਼ਰ 'ਚ ਅਸੀਂ ਅਜੇ ਉਹ ਸੇਫ ਨਹੀਂ ਹੈ, ਤੇ ਸਾਨੂੰ ਸੇਫਟੀ ਜਿਹੜੀ ਹੈ ਹਜੇ ਤੱਕ ਵੀ ਲੋੜੀਂਦੀ ਹੈ। ਜਦ ਕਿ ਕਹਿਣ ਨੂੰ ਭਾਵੇਂ ਲੋਕਤੰਤਰ ਹੈ, ਉਹ ਕਿਸੇ ਪਰਬਤ ਦੀ ਚੋਟੀ ਸੀ ਤੇ ਮੇਰੇ ਰਾਹਾਂ ਦੇ ਵਿੱਚ, ਉਹ ਕਿਸੇ ਪਰਬਤ ਦੀ ਚੋਟੀ ਸੀ ਤੇ ਮੇਰੇ ਰਾਹਾਂ ਦੇ ਵਿੱਚ ਸੀ। ਮੈਂ ਧੋਂਦਾ ਬਰਫਦਾ ਟਕਰਾ ਕੇ ਖਿਲਰਦਾ ਗਿਆ। ਖੋਲ ਨਾ ਤਾਰੀਖ ਐਵੇਂ ਸੁਣਨਾ ਤੇ ਮੇਰੇ ਤੋਂ ਸੁਣ, ਖੋਲ ਨਾ ਤਾਰੀਖ ਜੇ ਸੁਣਨਾ ਤੇ ਮੇਰੇ ਤੋਂ ਸੁਣ। ਉਹਨਾਂ ਤੂੰ ਕਿੰਨਾ ਕੁ ਤੂੰ ਜਿੱਤਿਆ ਤੇ ਮੈਂ ਕਿੰਨਾ ਹਾਰਦਾ ਰਿਹਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿ ਸਿੱਖਾਂ ਦੇ ਉੱਤੇ ਹਮਲੇ ਹੁੰਦੇ ਨੇ, ਪਰ ਸਿੱਖ ਫੇਰ ਕਿ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਵੱਧਦਾ ਅਸੀਂ ਦੂਰ ਸਵਾਏ ਹੋਏ। ਇਹ ਬੜੀ ਬਖਸ਼ਿਸ਼ ਹੈ ਗੁਰੂਆਂ ਦੀ ਕਿ ਉਹ ਸਾਨੂੰ ਹਮੇਸ਼ਾ ਉਸੇ ਤਰ੍ਹਾਂ ਖੜੇ ਕਰਦੇ ਨੇ ਤੇ ਦੂਰ ਸਵਾਏ ਹੋ ਕੇ ਸਿੱਖ ਜਿਹੜੇ ਅੱਗੇ ਵਧਦੇ ਨੇ। ਪਰਮਾਤਮਾ ਦੀ ਅਕਾਲ ਪੁਰਖ ਦੀ ਬਹੁਤ ਬਹੁਤ ਧੰਨਵਾਦ ਭੈਣ ਜੀ। ਤੇ ਅਗਲੀ ਕਲਮ ਬੜੀ ਸਸ਼ਕਤ ਕਲਮ ਤੇ ਭੈਣ ਹਰਮੀਤ ਕੌਰ ਮੀਤ ਜੀ, ਜਿਹੜੇ ਕਿ ਧਾਰਮਿਕ ਸਮਾਜਿਕ ਕਵਿਤਾਵਾਂ ਬਹੁਤ ਬਖੂਬੀ ਲਿਖਦੇ ਨੇ ਤੇ ਹਰ ਧਾਰਮਿਕ ਸੰਸਥਾਵਾਂ ਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਸ਼੍ਰੋਮਣੀ ਕਮੇਟੀ ਹੋਵੇ ਭਾਵੇਂ ਕੋਈ ਬਾਹਰ ਦਾ ਕੋਈ ਪ੍ਰੋਗਰਾਮ ਹੋਵੇ, ਤੇ ਬੜੀ ਬਖੂਬੀ ਆਪਣੀ ਰਚਨਾ ਪੇਸ਼ ਕਰਨ ਵਿੱਚ ਮਹਾਰਤ ਹਾਸਲ ਹੈ ਉਹਨਾਂ ਨੂੰ। ਤੇ ਖਾਸ ਤੌਰ ਤੇ ਬੁਲੰਦ ਆਵਾਜ਼ ਦੇ ਮਾਲਕ ਨੇ ਤੇ ਬੜੀ ਬਖੂਬੀ ਲੈਬੱਧ ਕਵਿਤਾ ਵੀ ਗਾਉਂਦੇ ਨੇ ਤੇ ਮੈਂ ਬੜੇ ਅਦਬ ਦੇ ਨਾਲ ਉਹਨਾਂ ਨੂੰ ਸਦਾ ਦੇਣ ਰਹੀ ਹਾਂ। ਭੈਣ ਹਰਮੀਤ ਕੌਰ ਮੀਤ, ਆਓ ਭੈਣ ਜੀ। ਧੰਨਵਾਦ ਭੈਣ ਜੀ। ਸਭ ਤੋਂ ਪਹਿਲਾਂ ਸਾਡੇ ਸਾਰਿਆਂ ਵੱਲੋਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਜੀ। ਜਦ ਵੀ ਜੂਨ ਮਹੀਨਾ ਆਉਂਦਾ, ਜਦ ਵੀ ਜੂਨ ਮਹੀਨਾ ਆਉਂਦਾ, ਸਾਡੇ ਛੇਕ ਕਲੇਜੇ ਪਾ ਜਾਂਦਾ ਤੇ ਆਪਣੇ ਘਰ ਵਿੱਚ ਹਾਂ ਪਰਾਏ ਹਰ ਵਾਰ ਸਾਨੂੰ ਸਮਝਾ ਜਾਂਦਾ। ਉਸ ਤਪਦੇ ਜੂਨ 84 ਦਾ ਅਸੀਂ ਅੱਜ ਤੱਕ ਸੇਕ ਹੰਢਾ ਰਹੇ ਹਾਂ। ਉਸ ਤਪਦੇ ਜੂਨ 84 ਦਾ ਅਸੀਂ ਅੱਜ ਤੱਕ ਸੇਕ ਹੰਢਾ ਰਹੇ ਹਾਂ।
ਤੋਪਾਂ ਨਾਲ ਤਖਤ ਉਡਾਇਆ ਸੀ, ਆਪਣੇ ਬੱਚਿਆਂ ਨੂੰ ਸਮਝਾ ਰਹੇ। ਇੱਕ ਰੰਡੀ ਨੇ ਜੂਨ 84 ਇੱਕ ਰੰਡੀ ਨੇ ਜੂਨ 84 ਡਾਢਾ ਕਹਿਰ ਕਮਾਇਆ ਸੀ, ਬਿਨਾਂ ਕਸੂਰੋਂ ਮਾਰੀ ਸੰਗਤ ਰਤਾ ਤਰਸ ਨਾ ਆਇਆ ਸੀ। ਸੰਨ 84 ਵਾਲਾ ਵੇਲਾ ਮੀਤ ਜਦੋਂ ਵੀ ਯਾਦ ਹੈ ਕਰਦੀ, ਨੈਣੀ ਹੰਝੂ ਡਿਗ ਡਿਗ ਪੈਂਦੇ, ਸਾਡਾ ਨਾ ਕੋਈ ਅੱਜ ਵੀ ਦਰਦੀ, ਸਾਡਾ ਨਾ ਕੋਈ ਅੱਜ ਵੀ ਦਰਦੀ। ਸੋ ਜਿੱਥੇ ਮਨੁੱਖ ਨੂੰ ਬੋਲਣ ਦਾ ਇੱਕ ਬੜਾ ਵੱਡਾ ਤੋਹਫਾ ਕੁਦਰਤ ਨੇ ਬਖਸ਼ਿਆ, ਪ੍ਰਮਾਤਮਾ ਨੇ ਬਖਸ਼ਿਆ। ਸਾਰੇ ਹੀ ਜੀਵ ਬੋਲਦੇ ਨੇ, ਪਰ ਸ਼ਾਇਦ ਅਸੀਂ ਉਹਨਾਂ ਦੀ ਭਾਸ਼ਾ ਨੂੰ ਸਮਝ ਨਹੀਂ ਸਕਦੇ। ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਕਿ ਜਿਹੜੇ ਪਰਿੰਦੇ ਸੀ, ਜਿਹੜੇ ਜੀਵ ਸੀ, ਉਹ ਵੀ ਉਦੋਂ ਇੰਨੇ ਘਬਰਾਏ ਸੀਗਾ ਕਿ ਅਸੀਂ ਦੇਖਦੇ ਹੁੰਦੇ ਸੀ ਥੋੜੀ ਜਿਹੀ ਸ਼ਾਰਟ ਦੇ ਵਿੱਚ ਵੀਡੀਓ ਕਿ ਜਿਹੜੇ ਉਹ ਉੱਡਦੇ ਸੀ ਦਰਬਾਰ ਸਾਹਿਬ ਦੇ ਵਿੱਚ, ਉਹ ਵੀ ਉਦੋਂ ਨਹੀਂ ਸੀ ਦਿਸਦੇ ਉਹਨਾਂ ਦਿਨਾਂ 'ਚ। ਤੁਸੀਂ ਵੀ ਪੁਰਾਣੀਆਂ ਵੀਡੀਓਜ਼ ਦੇਖ ਲਓ ਉਸ ਸਮੇਂ ਦੀਆਂ, ਕਿ ਜਦੋਂ ਅਸੀਂ ਅੱਜ ਦਰਬਾਰ ਸਾਹਿਬ ਜਾਂਦੇ ਹਾਂ ਤੇ ਉਹ ਉਹਨਾਂ ਦੀ ਪੰਛੀ ਉੱਡਦੇ ਦਿਖਾਈ ਦਿੰਦੇ ਨੇ ਜਾਂ ਬੈਠੇ ਹੁੰਦੇ ਨੇ ਉੱਥੇ ਗੁਰਬਾਣੀ ਸੁਣਦੇ ਨੇ, ਤੇ ਉਦੋਂ ਉਹ ਪੰਛੀ ਵੀ ਇੰਨੇ ਡਰ ਗਏ ਸੀ ਕਿ ਕੋਈ ਨਜ਼ਰ ਹੀ ਨਹੀਂ ਸੀ ਆਉਂਦਾ। ਤੇ ਇੱਕ ਨਿਮਾਣੀ ਸੀ ਕੋਸ਼ਿਸ਼ ਇਸ ਕਲਮ ਤੋਂ ਕਿ ਘੁੱਗੀਏ ਨੀ ਦੱਸ ਤੂੰ, ਘੁੱਗੀਏ ਨੀ ਦੱਸ ਤੂੰ ਕਿਉਂ ਮੁਰਝਾਈਏ, ਘੁੱਗੀਏ ਨੀ ਦੱਸ ਤੂੰ ਕਿਉਂ ਮੁਰਝਾਈਏ, ਫੌਜ ਦਿੱਲੀ ਦੀ ਚੜ ਗੁਰੂ ਘਰ ਆਈਏ। ਘੁੱਗੀ ਬੋਲਦੀ ਹੈ ਅੱਗੋਂ, ਦੱਸ ਰਹੀ ਆਪਣਾ ਦੁੱਖ ਕਿ ਫੌਜ ਦਿੱਲੀ ਦੀ ਚੜ ਗੁਰੂ ਘਰ ਆਈਏ, ਤਖਤ ਗੁਰੂ ਤੇ ਉਹਨਾਂ ਤੋਪਾਂ ਨੇ ਚਾੜੀਆਂ, ਤਖਤ ਗੁਰੂ ਤੇ ਉਹਨਾਂ ਤੋਪਾਂ ਨੇ ਚਾੜੀਆਂ, ਦੱਸੋ ਕਿੱਦਾਂ ਭਰਾ ਮੈਂ ਅੰਬਰੀ ਉਡਾਰੀਆਂ। ਮੈਂ ਤੇ ਮੇਰੇ ਸਾਥੀ ਰੋਜ਼ ਆ ਕੇ ਜਿੱਥੇ ਬਹਿੰਦੇ ਸੀ, ਮੈਂ ਤੇ ਮੇਰੇ ਸਾਥੀ ਰੋਜ਼ ਆ ਕੇ ਜਿੱਥੇ ਬਹਿੰਦੇ ਸੀ, ਉੱਥੇ ਵੇਖੋ ਚਾਰੇ ਪਾਸੇ ਲਾਸ਼ਾਂ ਨੇ ਖਿਲਾਰੀਆਂ। ਕਾਂ ਚਿੜੀਆਂ ਬਾਜ ਤੇ ਉੱਲੂ ਵੀ ਰੋਂਦੇ ਨੇ, ਕਾਂ ਚਿੜੀਆਂ ਬਾਜ ਤੇ ਉੱਲੂ ਵੀ ਰੋਂਦੇ ਨੇ, ਕਬੂਤਰਾਂ ਵੀ ਹੁਣ ਨਾ ਭਰੀਆਂ ਉਡਾਰੀਆਂ, ਸਰੋਵਰ ਦੇ ਜੀਵ ਵੀ ਖਾਮੋਸ਼ ਸਾਰੇ ਬੈਠੇ ਨੇ, ਸਰੋਵਰ ਦੇ ਜੀਵ ਵੀ ਖਾਮੋਸ਼ ਸਾਰੇ ਬੈਠੇ ਨੇ, ਖੁਸ਼ੀ ਨਾਲ ਲਾਉਂਦੇ ਜੀ ਸੋ ਸੀ ਜੋ ਪਾਣੀ ਵਿੱਚ ਤਾਰੀਆਂ, ਹਰੀ ਨੀਲੀ ਪੀਲੀ, ਹਰੀ ਨੀਲੀ ਪੀਲੀ, ਸਭ ਮੱਛੀਆਂ ਖਾਮੋਸ਼ ਨੇ, ਹੰਝੂਆਂ ਨਾਲ ਭਰੀਆਂ ਨੇ ਅੱਖੀਆਂ ਵਿਚਾਰੀਆਂ, ਹੰਝੂਆਂ ਨਾਲ ਭਰੀਆਂ ਨੇ ਅੱਖੀਆਂ ਪਿਆਰੀਆਂ, ਫੁੱਲ ਬੂਟੇ ਕਾਇਨਾਤ ਮੁਰਝਾਈਏ, ਫੁੱਲ ਬੂਟੇ ਸਭ ਕਾਇਨਾਤ ਮੁਰਝਾਈਏ, ਭੁੱਬਾਂ ਮਾਰ ਰੋਂਦੀਆਂ ਨੇ ਸੁੱਕੀਆਂ ਕਿਆਰੀਆਂ, ਸਰੋਵਰ ਦਾ ਪਾਣੀ ਵੀ ਲਾਲ ਰੰਗਾ ਹੋਇਆ ਮੀਤ, ਸਰੋਵਰ ਦਾ ਪਾਣੀ ਵੀ ਲਾਲ ਰੰਗਾ ਹੋਇਆ ਮੀਤ, ਪਰਿੰਦਿਆਂ ਵੀ ਦਿੱਲੀ ਨੂੰ ਲਾਹਨਤਾਂ ਨੇ ਮਾਰੀਆਂ, ਪਰਿੰਦਿਆਂ ਵੀ ਦਿੱਲੀ ਨੂੰ ਲਾਹਨਤਾਂ ਨੇ ਮਾਰੀਆਂ। ਲਾਹਨਤਾਂ ਨੇ, ਬਹੁਤ ਖੂਬ ਸੋ ਜੀ, ਸਾਡੇ ਬਹੁਤ ਖੂਬ। ਪਰਿੰਦੇ ਵੀ ਦਿੱਲੀ ਨੂੰ ਲਾਹਨਤਾਂ ਪਾਉਂਦੇ ਨੇ, ਕਿ ਜਿਹੜੇ ਕਿ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਦਿੱਲੀ ਦੀਆਂ ਫੌਜਾਂ ਨੇ ਸਾਡੇ ਇਸ ਗੁਰਧਾਮ ਦੇ ਉੱਤੇ ਜਿਹੜਾ ਕਹਿ ਢਾਇਆ, ਉਹ ਬੜਾ ਅਕਹਿ ਆ ਤੇ ਅਸਹਿ ਆ। ਸੋ ਇਸ ਨਿਮਾਣੀ ਜੀ ਕਲਮ ਤੋਂ ਇੱਕ ਗੀਤ ਦੇ ਰੂਪ ਵਿੱਚ ਇੱਕ ਇਸੇ ਹੀ ਭਾਵਾਂ ਨੂੰ ਬਿਆਨ ਕਰਦਾ ਹੋਇਆ ਕਿ ਕਦੇ ਕਦੇ ਸੋਚਦੇ ਆ ਕਿ ਇਹ ਸਾਡਾ ਘਰ ਹੈ ਜਾਂ ਫਿਰ ਅੱਗੇ ਕੁਐਸਚਨ ਮਾਰਕ ਹੈ ਕਿ ਸਾਡਾ ਘਰ ਹੈ ਜਾਂ ਫਿਰ ਕੀ ਹੈ ਜੀ। ਆਪਣੇ ਘਰ ਲਈ ਸੀਸ ਵਾਰ ਕੇ ਅਸਾਂ ਆਜ਼ਾਦ ਕਰਾਇਆ, ਆਪਣੇ ਘਰ ਲਈ ਸੀਸ ਵਾਰ ਕੇ ਅਸਾਂ ਆਜ਼ਾਦ ਕਰਾਇਆ, ਰੀਝਾਂ ਸੱਦਰਾਂ ਸੁਪਨੇ ਮਾਰ ਕੇ ਸਭ ਬਰਬਾਦ ਕਰਾਇਆ, ਅਜੇ ਘਰ ਤਾਂ ਇੰਜ ਲੱਗਦਾ ਏ ਦੁਸ਼ਮਣ ਸਾਡਾ ਹੋਇਆ, ਸੁਣ ਕੇ ਨੀਲਾ ਤਾਰਾ ਸਾਕਾ ਜ਼ਾਰ ਜ਼ਾਰ ਦਿਲ ਰੋਇਆ, ਸੁਣ ਕੇ ਨੀਲਾ ਤਾਰਾ ਸਾਕਾ ਜ਼ਾਰ ਜ਼ਾਰ ਦਿਲ ਰੋਇਆ, ਇਸ ਘਰ ਖਾਤਰ ਤੇਗ ਬਹਾਦਰ ਦਿੱਤੀ ਸੀ ਕੁਰਬਾਨੀ, ਜ਼ਬਰ ਜ਼ੁਲਮ ਨੂੰ ਤੱਕ ਕੇ ਨੀਵੀਂ ਪੈ ਗਈ ਸੀ ਸ਼ੈਤਾਨੀ, ਦੱਸੋ ਲੋਕੋ ਕਿੱਦਾਂ ਦਾ ਏ ਕਰਜ਼ ਚੁਕਾਉਣਾ ਹੋਇਆ, ਸੁਣ ਕੇ ਦਿੱਲੀ ਦਿਲ ਦੰਗਿਆਂ ਦੀ ਗੱਲ ਤਾਂ ਹਮਾਰ ਦਿਲ ਰੋਇਆ, ਸੁਣ ਕੇ ਦਿੱਲੀ ਦੰਗਿਆਂ ਦੀ ਗੱਲ ਤਾਂ ਹਮਾਰ ਦਿਲ ਰੋਇਆ।
ਨਿਰਦੋਸ਼ ਹਜ਼ਾਰਾਂ ਸਿੰਘ ਇਹਨਾਂ ਨੇ ਸੂਲੀ ਉੱਤੇ ਚਾੜੇ। ਧੀਆਂ ਭੈਣਾਂ ਬੇਪਤ ਕਰਕੇ ਜਿਉਂਦੇ ਸਿੰਘ ਨੇ ਸਾੜੇ। ਗੁਰੂ ਗ੍ਰੰਥ ਗੁਰਧਾਮ ਸਾੜ ਕੇ ਕਿਹਾ ਧਰਮ ਇਹ ਹੋਇਆ। ਪਿਆਰ ਸਾਂਝ ਦਾ ਰਿਸ਼ਤਾ ਟੁੱਟਿਆ ਵੇਖ ਵੇਖ ਦਿਲ ਰੋਇਆ। ਪਿਆਰ ਸਾਂਝ ਦਾ ਰਿਸ਼ਤਾ ਟੁੱਟਿਆ ਵੇਖ ਵੇਖ ਦਿਲ ਰੋਇਆ। ਧਰਮ ਨਿਰਪੱਖ ਦੇ ਦੇਸ਼ ਦੇ ਵਾਸੀ, ਧਰਮ ਨਿਰਪੱਖ ਦੇਸ਼ ਦੇ ਵਾਸੀ, ਧਰਮ ਨਾ ਰੱਖਿਆ ਕੋਈ। ਵੇਖ ਦਰਿੰਦਗੀ ਇਹਨਾਂ ਦੀ ਤਾਹਾਂ ਮਾਰ ਮਨੁੱਖਤਾ ਰੋਈ। ਸਮਝ ਨਾ ਆਈ ਸਾਡੇ ਘਰ ਵਿੱਚ ਸਾਡੇ ਨਾਲ ਕੀ ਹੋਇਆ। ਜ਼ੁਲਮੀ ਸਾਕਾ ਵੇਖ ਕੇ ਲੋਕੋ ਧਰਤੀ ਅੰਬਰ ਰੋਇਆ। ਜ਼ੁਲਮੀ ਸਾਕਾ ਵੇਖ ਕੇ ਲੋਕੋ ਧਰਤੀ ਅੰਬਰ ਰੋਇਆ। ਥਿੜਕ ਨਹੀਂ ਸਕਦਾ ਸਿੱਖੀ ਤੋਂ ਇਹ ਸਿੰਘ ਗੁਰੂ ਦਾ ਐਸਾ। ਸਿੱਖੀ ਤੋਂ ਵੱਧ ਕੁਝ ਵੀ ਨਹੀਂ, ਨਹੀਂ ਰਾਜ ਨਾ ਪੈਸਾ। ਸੰਤ ਸਾਧਨਾ ਕਰਦਾ ਇਹ ਤਾਂ ਜੰਗ ਜੁਝਾਰੂ ਹੋਇਆ। ਜ਼ੁਲਮ ਦੇ ਅੱਗੇ ਡਟ ਜਾਵੇ ਇਹ ਮਰ ਕੇ ਵੀ ਨਾ ਮੋਇਆ। ਜ਼ੁਲਮ ਦੇ ਅੱਗੇ ਡਟ ਜਾਵੇ ਇਹ ਮਰ ਕੇ ਵੀ ਨਾ ਮੋਇਆ। ਮੀਤ ਗੁਰੂ ਦਾ ਬਣ ਕੇ ਰਹਿੰਦਾ ਦਿਲ ਵਿੱਚ ਸਿੱਖੀ ਵਸਦੀ। ਲੱਖਾਂ ਵਿੱਚ ਪਛਾਣਿਆ ਜਾਵੇ ਸਿਰ ਦਸਤਾਰ ਹੈ ਸਜਦੀ। ਬਾਣੀ ਬਾਣਾ ਪਿਆਰਾ ਇਸਦਾ ਇਹਦੇ ਲਈ ਸਦ ਮੋਇਆ। ਇਸ ਦੇ ਸਿਰ ਤੇ ਵਸਦਾ ਅੱਜ ਇਹ ਘਰ ਹੈ ਤੇਰਾ ਹੋਇਆ। ਇਸ ਦੇ ਸਿਰ ਤੇ ਵਸਦਾ ਦਿਲੀਏ ਘਰ ਹੈ ਤੇਰਾ ਹੋਇਆ। ਇਸ ਦੇ ਸਿਰ ਤੇ ਵਸਦਾ ਦਿਲੀਏ ਘਰ ਹੈ ਤੇਰਾ ਹੋਇਆ। ਧੰਨਵਾਦ ਜੀ। ਕਮਾਲ ਕਰਤੀ ਕਮਾਲ। ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ ਵੀਰ ਜੀ ਕਿ ਹਿਰਦੇ ਵਿੱਚ ਯਾਦ ਤੇ ਨੈਣੀ ਸਿਦਕ ਦਾ ਨੀਰ ਰੱਖਦੇ ਹਾਂ। ਹਿਰਦੇ ਵਿੱਚ ਯਾਦ ਤੇ ਨੈਣੀ ਸਿਦਕ ਦਾ ਨੀਰ ਰੱਖਦੇ ਹਾਂ। ਕਲੇਜੇ ਵਿੱਚ ਸਦਾ ਤਸਵੀਰ ਰੱਖਦੇ ਹਾਂ। ਨਹੀਂ ਹਾਂ ਡੋਲਦੇ ਹਰਗਿਜ਼ ਤੇ ਚਰਨ ਫੜ ਕੇ ਰਾਂ। ਹਜ਼ਾਰਾਂ ਔਕੜਾਂ ਆਵਣ ਹਿਰਦਾ ਗੰਭੀਰ ਰੱਖਦੇ ਹਾਂ। ਕੜੇ ਕਿਰਪਾਨ ਦਾੜੇ ਕੇਸ ਵਾਲੇ ਤੋਂ ਫਿਦਾ ਹੋਈ ਜੀ। ਗੁਰੂ ਦੇ ਹਰ ਸਿੱਖ ਨੂੰ ਪਿਆਰਾ ਵੀਰ ਰੱਖਦੇ ਹਾਂ। ਝੁਕੇ ਕਿਉਂ ਸਿਰ ਕਦੀ ਸਾਡਾ ਕਿਸੇ ਇਨਸਾਨੀ ਬੁੱਤ ਅੱਗੇ। ਝੁਕੇ ਕਿਉਂ ਸਿਰ ਕਦੀ ਸਾਡਾ ਕਿਸੇ ਇਨਸਾਨੀ ਬੁੱਤ ਅੱਗੇ। ਸ੍ਰੀ ਗੁਰੂ ਗ੍ਰੰਥ ਗੁਰਜ਼ਿੰਦਾ ਤੇ ਜ਼ਾਹਰ ਪੀਰ ਰੱਖਦੇ ਹਾਂ। ਸ੍ਰੀ ਗੁਰੂ ਗ੍ਰੰਥ ਗੁਰਜ਼ਿੰਦਾ ਤੇ ਜ਼ਾਹਰ ਪੀਰ ਰੱਖਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ। ਬਹੁਤ ਖੂਬ। ਧੰਨਵਾਦ ਜੀ। ਬਹੁਤ ਖੂਬ ਜੀ ਜੀ। ਭੈਣ ਜੀਓ ਇਜਾਜ਼ਤ ਅੱਗੇ ਵਧੀਏ। ਅੱਗੇ ਵਧੋ ਜੀ। ਬਿਲਕੁਲ। ਜੇ ਮੈਨੂੰ ਤੁਸੀਂ ਚਾਹੋ ਤੇ ਫਿਰ ਮੈਂ ਬੋਲ ਦਿੰਨੀ ਆ ਇੱਕ ਹੋਰ। ਜੀ ਜੀ ਸੁਣਾ ਦਿਓ। ਆਪਣੇ ਕੋਲ ਸਮਾਂ ਭੈਣ ਜੀ ਜੇ ਹੋਇਆ ਤਾਂ ਆਪਾਂ ਜ਼ਰੂਰ ਦਵਾਂਗੇ। ਕਿਉਂਕਿ ਸਮਾਂ ਆਪਣਾ ਥੋੜਾ ਅੱਗੇ ਵੱਧ ਰਿਹਾ। ਦੁਬਾਰਾ ਵਾਪਸ ਤੇ ਆ ਦੇ। ਠੀਕ ਹੈ, ਠੀਕ ਹੈ ਜੀ, ਵੱਧ ਰਿਹਾ। ਹਾਂ, ਠੀਕ ਹੈ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ। ਠੀਕ ਹੈ। ਤੇ ਹੁਣ ਅਗਲੀ ਕਲਮ ਨੂੰ ਸੱਦਾ ਦੇਣ ਜਾ ਰਹੀ ਹਾਂ ਬੜੇ ਅਦਬ ਦੇ ਨਾਲ। ਬਹੁਤ ਸੁਰੀਲੀ ਆਵਾਜ਼ ਤੇ ਧਰਮ ਨੂੰ ਸਮਰਪਿਤ ਬਹੁਤ ਧਾਰਮਿਕ ਤੇ ਸਮਾਜਿਕ ਕਵਿਤਾਵਾਂ ਗੀਤ ਲਿਖਣ ਵਾਲੀ ਕਲਮ ਭੈਣ ਕਮਲਜੀਤ ਕੌਰ ਕਮਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਨਾਲ ਕੁਝ ਸਤਰਾਂ ਜਿਹੜੀਆਂ ਮੈਂ ਜਸਟ ਅੱਜ ਹੀ ਲਿਖੀਆਂ ਸੀ ਸਾਂਝੀਆਂ ਕਰਾਂਗੀ। ਸੁਣ ਦਾਸਤਾਨ ਗੁਰੂ ਘਰ ਦੀ ਅੱਖੀਆਂ 'ਚ ਆ ਜਾਂਦਾ ਪਾਣੀਆਂ। ਸੁਣ ਦਾਸਤਾਨ ਗੁਰੂ ਘਰ ਦੀ ਅੱਖੀਆਂ 'ਚ ਆ ਜਾਂਦਾ ਪਾਣੀਆਂ। ਦੇਖੀ ਹੂ ਜਿਨ੍ਹਾਂ ਨੇ ਕੀ ਬੀਤੀ ਹੋਊ ਮੇਰੇ ਕੋਲੋਂ ਸੁਣੀ ਜਾਂਦੀ ਉਹ ਕਹਾਣੀ ਨਾ। ਦੇਖੀ ਹੂ ਜਿਨ੍ਹਾਂ ਨੇ ਕੀ ਬੀਤੀ ਹੋਊ ਮੇਰੇ ਕੋਲੋਂ ਸੁਣੀ ਜਾਂਦੀ ਉਹ ਕਹਾਣੀ ਨਾ। ਦੱਸੋ ਕੀ ਕਸੂਰ ਸੀ ਉਹ ਲੋਕਾਂ ਦਾ
ਜਿਹੜੇ ਗੁਰੂ ਘਰ ਸ਼ਰਦਾ ਨਾ ਆਏ ਸੀ। ਕਦੇ ਨਾ ਦਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ ਬੇਦੋਸ਼ਿਆਂ ਤੇ ਆਏ ਸੀ। ਕਦੇ ਨਾ ਦਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ 84 ਵਾਲੇ ਆਏ ਸੀ। ਕਈ ਮਾਵਾਂ ਮੰਗਣ ਲਈ ਖੁਸ਼ੀਆਂ ਸੁੱਤੇ ਬੱਚਿਆਂ ਨੂੰ ਘਰੇ ਛੱਡ ਆਈਆਂ ਸੀ। ਕਈਆਂ ਦੇ ਪਿਓਾਂ ਉਸ ਘੜੀ 'ਚ ਜਾਨਾਂ ਆਪਣੀਆਂ ਹਾਏ ਗਵਾਈਆਂ ਸੀ। ਕਈ ਮਾਵਾਂ ਮੰਗਣੇ ਲਈ ਖੁਸ਼ੀਆਂ ਸੁੱਤੇ ਬੱਚਿਆਂ ਨੂੰ ਘਰੇ ਛੱਡ ਆਈਆਂ ਸੀ। ਕਈਆਂ ਦੇ ਪਿਓਾਂ ਉਸ ਘੜੀ 'ਚ ਆਪਣੀਆਂ ਜਾਨਾਂ ਹੈ ਗਵਾਈਆਂ ਸੀ। ਹੋ ਗਏ ਜੋ ਨਾਥ ਉਸ ਸਮੇਂ ਸੀ। ਰੱਬਾ ਉਮਰਾਂ ਲਈ ਕਿਉਂ ਤੂੰ ਰਵਾਏ ਸੀ। ਕਦੇ ਨਾ ਦਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ ਬੇਦੋਸ਼ਿਆਂ ਤੇ ਆਏ ਸੀ। ਕਦੇ ਨਾ ਵਿਖਾਈ ਮੌਲਾ ਮੇਰਿਆ ਜਿਹੜੇ ਦਿਨ ਉਹ 84 ਵਾਲੇ ਆਏ ਸੀ। ਕਿਉਂ ਮਾਣ ਮਰਿਆਦਾ ਭੰਗ ਕਰਤੀ ਸਾਂਝੀ ਵਾਲਤਾ ਦਾ ਦਿੰਦੀ ਸੀ ਸੰਦੇਸ਼ ਜੋ। ਕਿਉਂ ਮਾਣ ਮਰਿਆਦਾ ਭੰਗ ਕਰਤੀ ਸਾਂਝੀ ਵਾਲਤਾ ਦਾ ਦਿੰਦੀ ਜੋ ਸੰਦੇਸ਼ ਸੀ। ਜਾਤਾਂ ਪਾਤਾਂ ਦੇ ਨਾਂ ਤੇ ਜਿੱਥੇ ਵਿਤਕਰਾ ਕਿਸ ਮੂੰਹ ਨਾਲੇ ਆਖਾਂ ਮੇਰਾ ਦੇਸ਼ ਸੀ। ਜਾਤਾਂ ਪਾਤਾਂ ਦੇ ਨਾਂ ਤੇ ਜਿੱਥੇ ਵਿਤਕਰਾ ਕਿਸ ਮੂੰਹ ਨਾਲੇ ਆਖਾਂ ਮੇਰਾ ਦੇਸ਼ ਸੀ। ਅੱਜ ਤੱਕ ਕੋਈ ਇਨਸਾਫ ਹੋਇਆ ਨਾ ਅੱਜ ਤੱਕ ਇਨਸਾਫ ਕੋਈ ਹੋਇਆ ਨਾ। ਗੁਰੂ ਸੰਗਤਾਂ ਤਸੀਹੇ ਜਿਹੜੇ ਪਾਏ ਸੀ। ਕਦੇ ਨਾ ਦਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ 84 ਵਾਲੇ ਆਏ ਸੀ। ਕਦੇ ਨਾ ਵਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ 84 ਵਾਲੇ ਆਏ ਸੀ। ਗਲਾਂ ਵਿੱਚ ਟੈਰ ਪਾ ਸਾੜੇ ਜੋ ਕਈਆਂ ਦੀ ਮੁਕਾ ਦਿੱਤੀ ਅੰਸ਼ ਸੀ। ਗਲਾਂ ਵਿੱਚ ਟੈਰ ਪਾ ਸਾੜੇ ਜੋ ਕਈਆਂ ਦੀ ਮੁਕਾ ਦਿੱਤੀ ਅੰਸ਼ ਸੀ। ਅੱਜ ਤੱਕ ਮਾਵਾਂ ਫਿਰਨ ਰੋਂਦੀਆਂ ਉਹਨਾਂ ਤੋਂ ਲਿਆ ਕੀ ਅੰਤ ਸੀ। ਅੱਜ ਤੱਕ ਮਾਵਾਂ ਫਿਰਨ ਰੋਂਦੀਆਂ ਉਹਨਾਂ ਤੋਂ ਲਿਆ ਕੀ ਅੰਤ ਸੀ। ਕਮਲ ਨਿੱਕੇ ਨਿੱਕੇ ਫੁੱਲਾਂ ਦੇ ਜਵਾਕ ਜੋ ਖਿੜਨੇ ਤੋਂ ਪਹਿਲਾਂ ਮੁਰਝਾਏ ਸੀ। ਕਦੇ ਨਾ ਵਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ 84 ਵਾਲੇ ਆਏ ਸੀ। ਅੱਗੋਂ ਨਾ ਵਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ 84 ਵਾਲੇ ਆਏ ਸੀ। ਜਿਹੜੇ ਦਿਨ ਉਹ ਬੇਦੋਸ਼ਿਆਂ ਤੇ ਆਏ ਸੀ। ਕਦੇ ਨਾ ਵਿਖਾਈ ਰੱਬਾ ਮੇਰਿਆ ਜਿਹੜੇ ਦਿਨ ਉਹ ਬੇਦੋਸ਼ਿਆਂ ਤੇ ਆਏ ਸੀ। ਵਾਹ ਜੀ ਵਾਹ, ਕਮਲ ਜੀ ਤੇ ਕਮਾਲ ਕਰਤੀ। ਬਹੁਤ ਬਹੁਤ ਵਧੀਆ ਕਮਲ ਭੈਣ, ਬਹੁਤ ਵਧੀਆ ਵਧੀਆ ਜੀ, ਬਹੁਤ ਵਧੀਆ। ਬਹੁਤ ਭਾਵਪੂਰਤ ਭਾਵਕ ਔਰ ਬਹੁਤ ਸੋਹਣੀ ਆਵਾਜ਼ ਦੇ ਨਾਲ ਉਸੇ ਹੀ ਸੋਚ ਦੇ ਨਾਲ ਤੁਸੀਂ ਇਹ ਰਚਨਾ ਨੂੰ ਪੇਸ਼ ਕੀਤਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸ਼ਰਧਾਂਜਲੀ ਸਾਡੀ ਉਹਨਾਂ ਸ਼ਹੀਦਾਂ ਨੂੰ, ਉਹਨਾਂ ਬੇਦੋਸ਼ੀਆਂ ਨੂੰ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਇਸ ਦਿਨ ਲਈ ਸ਼ਹੀਦ ਕੀਤੀਆਂ। ਤੇ ਇੱਕ ਸਾਕੇ ਨੂੰ ਸਮਰਪਿਤ ਕਵੀ ਦਰਬਾਰ ਜੋ ਆਪਣੇ ਅੰਤ ਵੱਲ ਜਾ ਰਿਹਾ ਹੈ, ਉਹਦੇ ਵਿੱਚ ਸਾਡੀਆਂ ਹੋਰ ਵੀ ਭੈਣਾਂ ਮਨਦੀਪ ਕੌਰ ਭਦੌੜ ਜੀ,
ਸ਼ਾਮਿਲ ਹੋਏ ਨੇ, ਕੈਲਾਸ਼ ਠਾਕੁਰ ਜੀ ਸ਼ਾਮਿਲ ਹੋਏ ਨੇ, ਗੁਰਪ੍ਰੀਤ ਕੌਰ ਜੀ, ਹਰਕੀਰਤ ਕੌਰ ਜੀ, ਸਿਮਰਤਜੀਤ ਕੌਰ ਜੀ, ਇਹ ਸ਼ਾਮਿਲ ਹੋਏ ਨੇ। ਉਹਨਾਂ ਸਭ ਦਾ ਸਵਾਗਤ ਹੈ ਤੇ ਸਤਿ ਸ਼੍ਰੀ ਅਕਾਲ ਭੈਣ ਜੀਓ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਅੱਜ ਦੇ ਜਦੋਂ ਅਸੀਂ ਸਾਰੇ ਹੀ ਭਿੱਜੇ ਪਏ ਆ ਰੂਹ ਤੱਕ, ਕਿਸੇ ਨੂੰ ਕੋਈ ਵਾਹ ਦਾ ਸ਼ਬਦ ਨਹੀਂ ਆ ਰਿਹਾ, ਬਸ ਇੱਕ ਸਾਕੇ ਲਈ ਹੀ ਅਸੀਂ ਸੋਚ ਰਹੇ ਹਾਂ ਕਿ ਕਿਵੇਂ ਦਾ ਉਹ ਮੰਜ਼ਰ ਹੋਵੇਗਾ। ਭਾਵੇਂ ਕਿਤੇ ਨਾ ਕਿਤੇ ਅਸੀਂ ਸਮੇਂ ਦੇ ਨਾਲ ਤੁਰਦੇ ਹੋਏ ਇਸ ਸਾਕੇ ਨੂੰ ਭੁੱਲੇ ਤਾਂ ਨਹੀਂ, ਪਰ ਉਹ ਕੋਈ ਨਾ ਕੋਈ ਨਿਸ਼ਾਨ ਜਿਹੜੇ ਆ ਉਹ ਥੋੜੇ ਧੁੰਦਲੇ ਹੁੰਦੇ ਜਾਂਦੇ ਨੇ, ਪਰ ਇਹਨਾਂ ਦੇ ਦਿਲਾਂ ਤੇ ਉੱਪਰ ਉਹ ਨਿਸ਼ਾਨ ਵੀ ਧੁੰਦਲੇ ਨੇ। ਸੋ ਆਪ ਸਭ ਨੇ ਇੱਥੇ ਸਾਡਾ ਸਾਥ ਦਿੱਤਾ, ਇਸ ਲਈ ਆਪ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਇੱਕ ਵਾਰੀ ਰਿਕੁਐਸਟ ਕਰਦੀ ਹਾਂ ਮੀਡੀਆ ਪ੍ਰਵਾਸ ਤੋਂ ਡਾਕਟਰ ਕੁਲਦੀਪ ਜੀ ਦਾ ਤੇ ਕੁਝ ਸ਼ਬਦ ਉਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਲਈ ਜ਼ਰੂਰ ਕਹਿਣ। ਜੀ ਡਾਕਟਰ ਬਹੁਤ ਹੀ ਸਤਿਕਾਰਯੋਗ ਅਦਬੀ ਦੋਸਤ, ਅੱਜ ਸੱਚਮੁੱਚ ਬਹੁਤ ਵੱਖਰੀ ਕਿਸਮ ਦਾ ਦਿਨ ਸੀ ਤੇ ਵੱਖਰੀ ਕਿਸਮ ਦਾ ਕਰੀਕਾਰ ਸੀ। ਪੰਜਾਬ ਸੰਕਟ ਦੇ ਦੌਰ ਦੇ ਵਿੱਚ 1984 ਦੇ ਵਿੱਚ ਜਿਹੜੀਆਂ ਦੋ ਘਟਨਾਵਾਂ ਵਾਪਰੀਆਂ, ਜੂਨ 84 ਤੋਂ ਲੈ ਕੇ ਅਕਤੂਬਰ 84 ਤੱਕ, ਇਹ ਦੌਰ ਸੀ ਜਿਹੜਾ ਉਹ ਪੰਜਾਬੀਆਂ ਨੂੰ ਨਾ ਭੁੱਲਣ ਵਾਲੇ ਜ਼ਖਮ ਦੇ ਕੇ ਗਿਆ। ਉਹਨਾਂ ਜ਼ਖਮਾਂ ਦੀ ਜਿਹੜੀ ਕਸਕ ਹੈ ਉਹ ਸਦਾ ਪੰਜਾਬੀਆਂ ਦੇ ਅੰਦਰ ਰਹਿਣੀ ਹੈ। ਜਦ ਵੀ ਵਕਤ ਆਊਗਾ, ਚਾਹੇ ਜੂਨ ਆਉਂਦੀ ਹੈ ਤੇ ਚਾਹੇ ਅਕਤੂਬਰ ਆਉਂਦਾ ਹੈ, ਤਾਂ ਉਹ ਜਿਹੜੀ ਪੀੜ ਹੈ ਉਹ ਸਾਡੇ ਦਿਲਾਂ ਦੇ ਵਿੱਚ ਉੱਠਦੀ ਹੈ, ਉਹ ਸਾਡੇ ਜਜ਼ਬਾਤਾਂ ਦੇ ਵਿੱਚ ਵੀ ਢਲਦੀ ਹੈ, ਸਾਡੇ ਸ਼ਬਦਾਂ ਦੇ ਵਿੱਚ ਵੀ ਢਲਦੀ ਹੈ, ਸਾਡੀਆਂ ਕਵਿਤਾਵਾਂ ਦੇ ਵਿੱਚ ਵੀ ਢਲਦੀ ਹੈ, ਸਾਡੇ ਨਾਟਕਾਂ ਨਾਵਲਾਂ ਦੇ ਵਿੱਚ ਵੀ ਢਲਦੀ ਹੈ। ਸਾਡਾ ਅਦਬ ਹੈ ਜਿਹੜਾ, ਸਾਡਾ ਜਿਹੜਾ ਸਾਹਿਤ ਹੈ, ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਟੀਸ ਜਿਹੜੀ ਹੈਗੀ ਆ ਉਹਨਾਂ ਜ਼ਖਮਾਂ ਦੀ, ਉਹ ਬੋਲਦੀ ਹੈ। ਤੇ ਅੱਜ ਵੀ ਇਸ ਕਵੀ ਦਰਬਾਰ ਦੇ ਵਿੱਚ ਜਿੰਨੇ ਵੀ ਸ਼ਾਇਰ ਨੇ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਬੋਲੀਆਂ ਨੇ, ਉਹ ਚਾਹੇ ਮੈਡਮ ਅਮਰਜੀਤ ਕੌਰ ਹੋਣ, ਚਾਹੇ ਹਰਮੀਤ ਕੌਰ ਹੋਣ, ਤੇ ਚਾਹੇ ਕਮਲਜੀਤ ਮੈਡਮ ਹੋਣ, ਇਸ ਤੋਂ ਪਹਿਲਾਂ ਮਨਜੀਤ ਕੌਰ ਅੰਬਾਲਵੀ, ਨਿਰਮਲ ਕੌਰ ਕੋਟਲਾ, ਸਾਰੇ ਜਿੰਨੇ ਵੀ ਸ਼ਾਇਰ ਇਹਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ, ਜਸਵੀਰ ਕੌਰ ਜੱਸ, ਇਹਨਾਂ ਸਾਰਿਆਂ ਨੇ ਉਸ ਪੀੜ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰੀ ਹੋ ਸਕਦਾ ਹੈ ਸਾਡੇ ਕੋਲ ਸ਼ਬਦ ਉਸ ਮੇਚ ਦੇ ਨਾ ਹੋਣ ਉਹਨਾਂ ਭਾਵਨਾਵਾਂ ਦੇ, ਪਰ ਉਹਨਾਂ ਸ਼ਬਦਾਂ ਦੇ ਵਿੱਚੋਂ ਭਾਵਨਾ ਜ਼ਰੂਰ ਝਲਕਦੀ ਹੈ, ਉਹ ਪੀੜ ਜ਼ਰੂਰ ਝਲਕਦੀ ਹੈ, ਉਹ ਟੀਸ ਜ਼ਰੂਰ ਝਲਕਦੀ ਹੈ, ਜਿਹੜੀ ਟੀਸ ਸਾਡੇ ਕਿਤੇ ਅੰਦਰ ਪਈ ਹੈ ਸਾਰਿਆਂ ਦੇ। ਵਕਤ ਬਹੁਤ ਤੇਜ਼ੀ ਨਾਲ ਲੰਘਦਾ ਹੈ, ਪਰ ਜਦੋਂ ਫੇਰ ਕਿਤੇ ਅਸੀਂ ਯਾਦ ਕਰਦੇ ਹਾਂ ਉਹਨਾਂ ਗੱਲਾਂ ਨੂੰ, ਫਿਰ ਵਕਤ ਠਹਿਰ ਜਾਂਦਾ ਹੈ ਤੇ ਅਸੀਂ ਫੇਰ ਪੂਰੇ ਦੇ ਪੂਰੇ ਇਤਿਹਾਸ ਨੂੰ ਆਪਣੀਆਂ ਅੱਖੀਆਂ ਸਾਹਮਣੇ ਵਾਪਰਦਾ ਦੇਖਦੇ ਹਾਂ। ਮੈਂ ਇੱਕ ਨਾਟਕ ਲਿਖਿਆ ਸੀ ਪਿਛਲੇ ਸਾਲ, ਇਹਨਾਂ ਦਿਨਾਂ ਦੇ ਵਿੱਚ ਹੀ ਲਿਖਿਆ ਸੀ। ਉਹ ਨਾਟਕ ਪੰਜਾਬ ਦੇ ਇਸ ਦੌਰ ਤੋਂ ਜੂਨ 84 ਤੋਂ ਲੈ ਕੇ ਦਿੱਲੀ ਦੇ ਦੰਗਿਆਂ ਤੱਕ ਫੈਲਦਾ ਹੈ, ਤੇ ਉਸ ਨਾਟਕ ਦਾ ਨਾਂ ਸੀ ਜਦੋਂ ਧਰਤੀ ਡੋਲਦੀ ਹੈ। ਉਹਦੇ ਵਿੱਚ ਮੈਂ ਲੈਣਾ ਲਿਖੀਆਂ ਸੀ ਮੌਕੇ ਦੇ ਹਾਕਮ ਨੂੰ ਸੰਬੋਧਨ ਕਰਕੇ। ਨਾਟਕ ਦਾ ਇੱਕ ਪਾਤਰ ਹੈ ਜਿਹੜਾ ਉਹ ਗੀਤ ਨੂੰ ਬੋਲਦਾ ਸੂਤਰਧਾਰ ਦੇ ਰੂਪ ਦੇ ਵਿੱਚ। ਉਹ ਕਹਿੰਦਾ ਕਿ ਰਾਜਾ ਰਾਜ ਕਰੇਂਦਿਆ ਦੇਖ ਤੇਰੀ ਸੌਗਾਤ, ਦਿਨ ਦਿਹਾੜੇ ਪੈ ਗਈ ਮੱਸਿਆ ਵਰਗੀ ਰਾਤ। ਰਾਜਾ ਰਾਜ ਕਰੇਂਦਿਆ ਦਿੱਤੀ ਕਹੀ ਸਜ਼ਾ, ਕਿਹੇ ਆਏ ਜ਼ਲਜ਼ਲੇ ਸਭ ਕੁਝ ਹੋਇਆ ਤਬਾਹ। ਰਾਜ ਕਰੇਂਦਿਆ ਤੰਚੋ ਸੂਤੇ ਸ਼ਾ, ਮੱਚ ਗਈਆਂ ਗੁਲਦੌਦੀਆਂ ਤੇ ਪਾਣੀ ਗਏ ਪੱਥਰਾ। ਰਾਜਾ ਰਾਜ ਕਰੇਂਦਿਆ ਕਤੀ ਤਾਂ ਥੱਲੇ ਝਾਕ, ਗਲੀ ਗਲੀ ਜੋ ਬਲ ਰਹੇ ਇਹ ਕਿਹਦੇ ਅੰਗ ਸਾਖ। ਰਾਜਾ ਰਾਜ ਕਰੇਂਦਿਆ ਇੰਜ ਨਾ ਪੱਥਰ ਹੋ, ਪੱਤ ਲੁਟਾ ਕੇ ਬੈਠੀਆਂ ਧੀਆਂ ਰਹੀਆਂ ਰੋ। ਅਖੀਰਲੀ ਲਾਈਨ ਹੈ, ਰਾਜਾ ਰਾਜ ਕਰੇਂਦਿਆ ਤਖਤ ਨਾ ਰਹਿਣੇ ਕੋਲ, ਵਿੱਚ ਫਿਜ਼ਾਵਾਂ ਗੂੰਜਦੇ ਸੁਣੀ ਵਕਤ ਦੇ ਬੋਲ, ਵਿੱਚ ਫਿਜ਼ਾਵਾਂ ਗੂੰਜਦੇ ਸੁਣੀ ਵਕਤ ਦੇ ਬੋਲ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਇਹ ਪੀੜ ਹਰ ਮਨੁੱਖ ਦੇ ਅੰਦਰ ਹੈ,
ਹਰ ਜਿਹੜਾ ਮਾਨਵੀ ਕਦਰਾਂ ਕੀਮਤਾਂ ਆਪਣੇ ਅੰਦਰ ਸਾਂਭੀ ਬੈਠਾ ਹੈ, ਹਰ ਪੰਜਾਬੀ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਉਹ ਪੀੜ ਸਾਡੇ ਸਾਰਿਆਂ ਦੀ ਸਾਂਝੀ ਪੀੜ ਹੈ। ਸਾਡੇ ਸ਼ਬਦਾਂ ਨੇ, ਸਾਡੀਆਂ ਕਵਿਤਾਵਾਂ ਨੇ ਉਸ ਪੀੜ ਨੂੰ ਜਿਉਂਦਾ ਰੱਖਣਾ ਹੈ ਤੇ ਇਹਨਾਂ ਸ਼ਬਦਾਂ ਨੇ ਉਸ ਸਾਕੇ ਦਾ ਗਵਾਹ ਬਣਨਾ ਹੈ। ਤੇ ਇਹ ਸਾਕਾ ਜਿੰਨੀ ਦੇਰ ਤੱਕ ਸਾਡੇ ਸ਼ਬਦਾਂ 'ਚ ਰਹੂਗਾ, ਸਾਡੇ ਦਿਲਾਂ 'ਚ ਰਹੂਗਾ, ਉਨੀ ਦੇਰ ਤੱਕ ਪੂਰਾ ਇਤਿਹਾਸ ਸਾਡੇ ਨਾਲ ਚੱਲੂਗਾ। ਤੇ ਇਹ ਇਤਿਹਾਸ ਚਾਹੇ ਚੰਗੇ ਨੇ ਜਾਂ ਮਾੜੇ ਨੇ, ਨਾ ਭੁਲਾਏ ਜਾ ਸਕਦੇ ਨੇ ਤੇ ਨਾ ਭੁਲਾਉਣੇ ਚਾਹੀਦੇ ਨੇ, ਕਿਉਂਕਿ ਇਹਨਾਂ ਸਾਖੀਆਂ ਤੋਂ ਸਿੱਖ ਕੇ ਹੀ ਭਵਿੱਖ ਦੇ ਰਾਹ ਤੈਅ ਕਰਨੇ ਹੁੰਦੇ ਨੇ, ਆਪਾਂ ਉਹ ਰਾਹ ਸਿਰਜਣੇ ਹੁੰਦੇ ਨੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਇਹੋ ਜਿਹੇ ਸਾਕੇ ਨਾ ਵਾਪਰਨ। ਸਾਡੇ ਸ਼ਬਦ, ਸਾਡੀਆਂ ਕਵਿਤਾਵਾਂ, ਸਾਡਾ ਸਾਹਿਤ ਸਾਨੂੰ ਇਹ ਲੋ ਦੇਵੇ, ਇਹ ਰੌਸ਼ਨੀ ਦੇਵੇ, ਇਹ ਤਾਕਤ ਦੇਵੇ ਕਿ ਇਹੋ ਜਿਹੀਆਂ ਤਾਕਤਾਂ ਸਮਾਜ ਦੇ ਵਿੱਚੋਂ ਖਤਮ ਹੋਣ ਜਿਨ੍ਹਾਂ ਦੇ ਨਾਲ ਇਹ ਸਾਕੇ ਵਾਪਰਦੇ ਨੇ, ਤੇ ਅਸੀਂ ਇੱਕ ਸੋਹਣਾ ਇਤਿਹਾਸ ਸਿਰਜੀਏ ਤੇ ਇੱਕ ਚੰਗੀਆਂ ਪਰੰਪਰਾਵਾਂ, ਚੰਗੀ ਵਿਰਾਸਤ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਈਏ, ਜਿਹਦੇ ਵਿੱਚ ਨਾ 47 ਵਰਗਾ ਕੁਝ ਵਾਪਰੇ, ਨਾ ਜੂਨ 84 ਵਰਗਾ ਕੁਝ ਵਾਪਰੇ, ਨਾ ਦਿੱਲੀ ਦੰਗਿਆਂ ਵਰਗਾ ਕੁਝ ਵਾਪਰੇ। ਸੱਚਮੁੱਚ ਇਨਸਾਨ ਨੂੰ ਪ੍ਰੇਮ ਕਰੇ ਤੇ ਇਨਸਾਨ ਦੇ ਨਾਲ ਮਿਲ ਕੇ ਰਹੇ। ਮੈਨੂੰ ਲੱਗਦਾ ਹੈ ਕਿ ਅੱਜ ਦੀ ਸ਼ਾਇਰੀ ਦਾ, ਅੱਜ ਦੇ ਕਵੀ ਦਰਬਾਰ ਦਾ ਵੀ ਕਿਤੇ ਨਾ ਕਿਤੇ, ਤੇ ਮੈਂ ਬਹੁਤ ਇਸ ਗੱਲ ਦੀ ਤਾਰੀਫ ਕਰਦਾ। ਮੈਨੂੰ ਬਹੁਤ ਚੰਗਾ ਲੱਗਿਆ ਕਿ ਤੁਸੀਂ ਇਸ ਵਿਸ਼ੇ ਤੇ ਇਹ ਸੰਵਾਦ ਰਚਾਇਆ। ਇਹ ਸ਼ਾਇਰਾਨਾ ਸੰਵਾਦ ਸਾਡੇ ਇਸ ਕਵੀ ਦਰਬਾਰ ਦਾ ਹਾਸਲ ਹੈ। ਸੋ ਮੇਰੇ ਵੱਲੋਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਸਰ। ਸ਼ੁਕਰੀਆ ਡਾਕਟਰ ਜੀ ਸਰ। ਇਸ ਸਾਰੇ ਪ੍ਰੋਗਰਾਮ ਦਾ ਜਾਂ ਜੋ ਵੀ ਅਸੀਂ ਟੀਚੇ ਮਿਲਦੇ ਆ, ਉਹਦਾ ਅਸੀਂ ਪੂਰਨ ਤੌਰ ਤੇ ਜਿਹੜਾ ਸਿਹਰਾ ਵਾ ਤੁਹਾਨੂੰ ਦਿੰਦੇ ਆ, ਕਿਉਂਕਿ ਕਿਸੇ ਮੰਚ ਤੋਂ ਬਿਨਾਂ ਕੋਈ ਅੱਗੇ ਨਹੀਂ ਜਾ ਸਕਦਾ। ਪ੍ਰੋਪਰ ਮੰਚ ਵੀ ਜ਼ਰੂਰੀ ਚਾਹੀਦਾ ਹੁੰਦਾ ਆ। ਅਸੀਂ ਤੁਹਾਨੂੰ ਸਿਜਦਾ ਕਰਦੇ ਹਾਂ ਕਿ ਤੁਹਾਡੇ ਇੰਨੇ ਸਾਰੇ ਰੁਝੇਵੇਂ ਨੇ, ਤੁਹਾਡੇ ਰੋਜ਼ ਹੀ ਕਵੀ ਦਰਬਾਰ ਹੁੰਦੇ, ਮੈਂ ਦੇਖਦੀ ਆ ਕਈ ਵਾਰੀ ਦਿਨ 'ਚ 2-2 ਵਾਰ ਵੀ ਹੁੰਦੇ ਆ, ਪਰ ਤੁਸੀਂ ਕਦੀ ਵੀ ਆਪਣੇ ਮੱਥੇ ਤੇ ਤਰੇਲੀ ਨਹੀਂ ਲੈ ਕੇ ਆਉਂਦੇ ਕਿ ਮੈਂ ਇਹ ਕੰਮ ਨਹੀਂ ਕਰਨਾ ਜਾਂ ਮੇਰੇ ਕੋਲ ਟਾਈਮ ਨਹੀਂ ਆ। ਤੁਹਾਨੂੰ ਰਾਤ 10 ਵਜੇ ਫੋਨ ਕਰੋ, ਤੁਸੀਂ ਤਾਂ ਵੀ ਅਵੇਲੇਬਲ ਹੁੰਦੇ ਹੋ ਔਰ ਸਾਡਾ ਤੁਸੀਂ ਸਹਿਯੋਗ ਦਿੰਦੇ ਹੋ ਸਾਨੂੰ। ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਇਵੇਂ ਹੀ ਆਪਣਾ ਸਾਥ ਜਿਹੜਾ ਵਾ ਆਉਣ ਵਾਲੇ ਸਮੇਂ 'ਚ ਵੀ ਬਣਿਆ ਰਵੇ। ਅਸੀਂ ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਹੁਤ ਸ਼ੁਕਰੀਆ ਤੁਹਾਡਾ ਵੀ ਸਾਰਿਆਂ ਦਾ। ਬਹੁਤ-ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਭ ਦਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਭੈਣ ਨਿਰਮਲ ਕੌਰ ਜੀ, ਡਾਕਟਰ ਦੀਪ ਜੀ, ਪ੍ਰਵਾਸ ਮੀਡੀਆ ਤੇ ਸਾਰੀਆਂ ਹੀ ਭੈਣਾਂ ਜਿਨ੍ਹਾਂ ਨੇ ਇੱਥੇ ਸ਼ਿਰਕਤ ਕੀਤੀ ਤੇ ਸਰੋਤਾ ਵੀ ਬਣੇ। ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਅਸੀਂ ਅੰਤ ਕਰਦੇ ਹਾਂ, ਫਿਰ ਮਿਲਾਂਗੇ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।